ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਸਵਾਗਤ ਹੈ। ਅਕਾਲ ਪੁਰਖ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਅਸੀਂ ਗੁਰੂ ਦੀਆਂ ਗੱਲਾਂ ਕਰਨ ਲਈ, ਸੁਣਨ ਲਈ, ਵਿਚਾਰਨ ਲਈ ਇਸ ਪਲੇਟਫਾਰਮ ਤੇ ਇਕੱਠੇ ਹੁੰਦੇ ਹਾਂ। ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਉਦਮ ਬਖਸ਼ਿਸ਼ ਕੀਤਾ। ਸੰਸਾਰ ਜਦੋਂ ਤਰਾਹ ਕਰ ਰਿਹਾ ਸੀ, ਉਸ ਕੋਵਿਡ ਦੇ ਨਾਲ, ਕਰੋਨਾ ਨਾਮ ਦੀ ਬਿਮਾਰੀ ਦੇ ਨਾਲ, ਤੇ ਮਾਲਕ ਨੇ ਸਾਨੂੰ ਸਾਰਿਆਂ ਨੂੰ ਰਲ ਕੇ ਜੁਗਤੀ ਬਖਸ਼ਿਸ਼ ਕੀਤੀ ਵੀ ਗੁਰੂ ਨਾਲ ਜੁੜਿਆ ਜਾਏ, ਗੁਰੂ ਦੀ ਗੱਲ ਕੀਤੀ ਜਾਏ। ਉਸ ਸੋਚ ਵਿੱਚੋਂ ਆਨਲਾਈਨ ਗੁਰਮਤਿ ਕਲਾਸ ਇਹ ਸ਼ੁਰੂ ਹੋਈ। ਲਗਭਗ 3 ਸਾਲ ਪੂਰੇ ਹੋ ਜਾਣਗੇ ਇਸ ਮਹੀਨੇ ਜਾਂ ਅਗਲੇ ਅਪ੍ਰੈਲ ਦੇ ਵਿੱਚ। 3 ਸਾਲਾਂ ਵਿੱਚ ਅਸੀਂ ਬੜਾ ਕੁਝ ਸਿੱਖਿਆ, ਇੱਕ ਦੂਜੇ ਨਾਲ ਸਾਂਝਾ ਕੀਤਾ, ਇੱਕ ਦੂਜੇ ਨਾਲ ਸਾਂਝ ਬਣੀ, ਨਵੇਂ ਸੱਜਣ ਮਿੱਤਰ ਬਣੇ, ਬੜੀਆਂ ਵਿਚਾਰਾਂ ਪੁੱਛ ਕੀਤੀਆਂ। ਔਰ ਖੁਸ਼ੀ ਵੀ ਹੈ ਮਨ ਵਿੱਚ ਕਿ ਗੁਰੂ ਦੀ ਬਖਸ਼ੀ ਹੋਏ ਗਿਆਨ ਨੂੰ ਅਸੀਂ ਇੱਕ ਦੂਜੇ ਨਾਲ ਵੰਡ ਰਹੇ ਹਾਂ, ਸਾਂਝਾ ਕਰ ਰਹੇ ਹਾਂ ਔਰ ਬੜਾ ਕੁਝ ਸਿੱਖ ਰਹੇ ਹਾਂ। ਉਸੇ ਲੜੀ ਵਿੱਚ ਸੋਮਵਾਰ ਨੂੰ ਅਸੀਂ ਸਵਾਲ ਜਵਾਬ ਕਰਦੇ ਹਾਂ। ਆਪ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰ ਵੱਲੋਂ ਦਿੱਤੇ ਜਾਂਦੇ ਹਨ। ਤੋ ਇਹ ਸਵਾਲ ਜਵਾਬ ਸੈਸ਼ਨ ਦੀ ਪੂਰੀ ਸੇਵਾ ਵੀਰ ਜੀ ਰਾਜਾ ਸਿੰਘ ਜੀ ਨਿਭਾ ਰਹੇ ਹਨ। ਅੱਜ ਦਾ ਸਵਾਲ ਜਵਾਬ ਸੈਸ਼ਨ ਕਰਨ ਲਈ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਹੈ, ਕਿਰਪਾ ਕਰੋ ਜੀ ਵੀਰ ਰਾਜਾ ਸਿੰਘ ਜੀ, ਅੱਜ ਦਾ ਇਹ ਸੈਸ਼ਨ ਆਪ ਜੀ ਆਰੰਭ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ। तो आप इसके सामने पैनल मेंबर जो आप तैयार करके हाजिर हैं, तो सब तो पहला आप नाल फतेह सांझ की जाएगी जी। मैं बेनती कर रहा वीर इंद्रबीर सिंह जी। वाहिगुरु जी का खालसा, वाहिगुरु जी की फतेह। डॉक्टर तजिंदर सिंह जी। वाहिगुरु जी का खालसा, वाहिगुरु जी की फतेह। वाहिगुरु जी की फतेह। सरदार किकर सिंह जी। वाहिगुरु जी का खालसा, वाहिगुरु जी की फतेह। भैन मनिंदर कौर जी। वाहिगुरु जी का खालसा, वाहिगुरु जी की फतेह। सरदार तजिंदर सिंह जी। वाहिगुरु जी का खालसा, वाहिगुरु जी की फतेह। कुछ साडे मैंबर अज हाजिर नहीं हो सके जी, तो हरजीत सिंह जी ने पहले संगत नाल फतेह सांझ की है। तो कोशिश करांगे जी भी जिहड़े आप जी ने सवाल भेजे ने वो असीं लै सकीए। तो संगत जी सवाल जिहड़े ने हर वांग इहदे भी ਵੱਖ-ਵੱਖ विषयां दे ने। ये बड़ी चंगी गल है जिसले ਵੱਖ-ਵੱਖ विषयां दे सवाल आउंदे ने तां ओहदा एक अच्छा गुलदस्ता बनदा। तो शुरू करदे आपां गुरबाणी तो। गुरबाणी दी तुक है, किकर सिंह जी म्यूट कर लो अपने आप नूं। किकर सिंह जी म्यूट कर लो। बीर जी अनम्यूट नहीं, हाँ तो आवाज़ आ रही से बता गया, बोलो अनम्यूट कर लो, क्षमा करना जी। तो संगत जी सब तो पहले असीं सवाल लवांगे गुरबाणी दा। श्री गुरु ग्रंथ ਸਾਹਿਬ ਦੇ पन्ना 83 ਤੇ एक शब्द है जी, ਉਹਦੀ एक तुक है कि एक जगंदे नाल हैं इन्हां एक ना सुतियां दे उठाल। सवाल करता ने ਇਹਦਾ अर्थ पूछया। मैं बेनती कर रहा वीर जगीर सिंह जी, सॉरी वीर किकर सिंह जी, आप जी अनम्यूट कर लो जी।
ਔਰ ਇਸ ਜਿਹੜੀ ਤੁਕ ਹੈ ਕਿ ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਇਹਦਾ ਅਰਥ ਭਾਵ ਕੀ? ਹਾਂਜੀ ਸਾਕੇਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅਹ ਵੀਰ ਰਾਜਾ ਸਿੰਘ ਜੀ ਵੱਲੋਂ ਜੋ ਤੁਹਾਡੀ ਸਵਾਲ ਆਵਾਜ਼ ਆਇਆ ਕੱਟੀ, ਹੈ ਆਵਾਜ਼ ਕੱਟੀ ਜੀ ਵੀਰ ਜੀ, ਤੁਸੀਂ ਆਪਣੀ ਕਿ ਪਿਕਚਰ ਗੁਰੂ ਬੰਦ ਕਰ ਗ੍ਰੰਥ ਲਓ। ਸਾਹਿਬ ਜੀ ਦੇ ਵਿੱਚ ਦੋ ਆਉਂਦੇ ਹਨ। ਪਹਿਲਾ ਹੈ ਜੀ, ਕਿਕਰ ਸਿੰਘ ਆਵਾਜ਼ ਜੀ, ਬੰਦ ਕਰਾਂ ਜੀ? ਹਾਂ ਆਵਾਜ਼। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਵੀਰ ਰਾਜਾ ਸਿੰਘ ਜੀ ਵੱਲੋਂ ਜੋ ਸਵਾਲ ਆਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਸ਼ਲੋਕ ਆਉਂਦੇ ਹਨ। ਪਹਿਲਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਤੇ ਦੂਜਾ ਹੈ ਬਾਬਾ ਸ਼ੇਖ ਫਰੀਦ ਜੀ ਦਾ, ਜਿਹੜੇ ਕਿ ਕ੍ਰਮ ਅਨੁਸਾਰ ਇਸ ਤਰ੍ਹਾਂ ਲਿਖੇ ਹੋਏ ਹਨ। ਸ਼ਲੋਕ ਮਹਲਾ ਪਹਿਲਾ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਦੂਜਾ ਸ਼ਲੋਕ ਹੈ ਜੀ, ਸ਼ਲੋਕ ਸ਼ੇਖ ਫਰੀਦ ਜੀ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇਹਨਾਂ ਦੇ ਵਿੱਚ ਕੇਵਲ ਮਾਮੂਲੀ ਜਿਹਾ ਫਰਕ ਹੈ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਹੈ ਉਹਦੇ ਵਿੱਚ ਈੜੀ ਨੂੰ ਸਿਹਾਰੀ ਕੱਕਾ, ਕੱਕਾ ਮੁਕਤਾ ਆਇਆ, ਤੇ ਫਰੀਦ ਸਾਹਿਬ ਦੇ ਸ਼ਲੋਕ ਵਿੱਚ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ ਇੱਕ ਆਇਆ, ਜਿਹਦਾ ਅਰਥ ਹੈ ਕਈ, ਬਹੁਤੇ। ਤੇ ਬਾਕੀ ਥੋੜਾ ਜਿਹਾ ਹੋਰ ਵੀ ਫਰਕ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਹੈ ਲਹਨ, ਉੱਥੇ ਆਏ ਨੂੰ ਟਿੱਪੀ ਨਾਲ ਆਇਆ, ਲੇਕਿਨ ਫਰੀਦ ਸਾਹਿਬ ਦੇ ਸ਼ਲੋਕ ਵਿੱਚ ਹਾਹਾ ਮੁਕਤਾ ਆਇਆ, ਲੱਲਾ ਹਾਹਾ ਨੰਨੇ ਨੂੰ ਸਿਹਾਰੀ। ਗੁਰੂ ਨਾਨਕ ਪਾਤਸ਼ਾਹ ਦੇ ਸ਼ਲੋਕ ਵਿੱਚ ਆਇਆ ਜੀ ਲੱਲਾ, ਹਾਏ ਉੱਤੇ ਟਿੱਪੀ, ਨੰਨੇ ਨੂੰ ਸਿਹਾਰੀ। ਸੋ ਇਹ ਦੋ ਮਾਮੂਲੀ ਜਿਹੇ ਫਰਕ ਆਏ ਆ। ਤੇ ਇਹ ਪੁੱਛਿਆ ਗਿਆ ਵੀ ਇੱਕ ਤੇ ਕੱਕੇ ਨੂੰ ਸਿਹਾਰੀ ਵਾਲਾ ਇੱਕ, ਇਹ ਅੰਤਰ ਕਿਉਂ ਹੈ? ਇਸ ਦੇ ਸੰਬੰਧ ਵਿੱਚ ਜੋ ਮੈਨੂੰ ਕਾਰਨ ਜਾਪਦਾ ਹੈ ਕਿ ਜੇ ਆਪਾਂ ਇਸ ਸ਼ਲੋਕ ਤੋਂ ਇਲਾਵਾ ਵੀ ਹੋਰ ਬਾਣੀਆਂ ਦੀ ਵੀ ਵਿਚਾਰ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਥੋੜਾ ਥੋੜਾ ਅੰਤਰ ਪਾਇਆ ਹੋਇਆ ਹੈ। ਜਿਵੇਂ ਕਿ ਜਪਜੀ ਸਾਹਿਬ ਦਾ ਪਹਿਲਾ ਸ਼ਲੋਕ ਹੈ, ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹੀ ਸ਼ਲੋਕ ਸੁਖਮਨੀ ਸਾਹਿਬ ਵਿੱਚ ਵੀ ਮਾਮੂਲੀ ਜਿਹੇ ਫਰਕ ਨਾਲ ਆਉਂਦਾ ਹੈ। ਉੱਥੇ ਹੈ ਜੀ, ਸੁਖਮਨੀ ਸਾਹਿਬ ਦੇ ਵਿੱਚ ਹੈ ਆਦਿ ਸੱਚ ਜੁਗਾਦ ਸੱਚ, ਹੈ ਭੇ। ਉੱਥੇ ਭੀ ਦੀ ਬਜਾਏ ਭੇ ਕੀਤਾ ਹੋਇਆ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਰਥ ਭਾਵ ਸੇਮ ਹੀ ਹੈ, ਅਰਥ ਭਾਵ 'ਚ ਕੋਈ ਤਬਦੀਲੀ ਨਹੀਂ, ਲੇਕਿਨ ਲਿਖਣ ਦੇ ਵਿੱਚ ਭੱਬੇ ਦੀ ਬਿਹਾਰੀ ਦੀ ਬਜਾਏ ਉੱਥੇ ਸਿਹਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੀ ਜਪ ਬਾਣੀ ਦੇ ਅਖੀਰ ਵਾਲਾ ਸ਼ਲੋਕ ਵੀ ਹੈ, ਉਹ ਵੀ ਦੋ ਵਾਰੀ ਆਉਂਦਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਹੀ ਸ਼ਲੋਕ ਕੇਵਲ ਮਾਮੂਲੀ ਜਿਹੇ ਫਰਕ ਨਾਲ ਮਾਝ ਮਹਿਲਾ ਦੂਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 146 ਉੱਪਰ ਵੀ ਦੁਬਾਰਾ ਆਇਆ ਹੈ। ਇੱਥੇ ਪੌਣ ਗੁਰੂ ਪਾਣੀ ਪਿਤਾ, ਭਾਵ ਪਵਨ ਦੀ ਥਾਂ ਪੌਣ ਕੀਤਾ ਗਿਆ ਹੈ, ਭਾਵ ਥੋੜਾ ਜਿਹਾ ਫਰਕ ਪਾਇਆ ਗਿਆ ਹੈ। ਤੇ ਹੋਰ ਵੀ ਇਸ ਤਰ੍ਹਾਂ ਕਈ ਬਾਣੀਆਂ ਹਨ। ਜਦੋਂ ਅਸੀਂ ਸਮੁੱਚੀਆਂ ਬਾਣੀਆਂ ਨੂੰ ਬਾਟਦੇ ਹਾਂ, ਜਿਹੜੀਆਂ ਬਾਣੀਆਂ ਦੋ ਦੋ ਜਾਂ ਤਿੰਨ ਤਿੰਨ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈਆਂ ਹਨ, ਉਹਨਾਂ ਵਿੱਚ ਵੀ ਥੋੜਾ ਥੋੜਾ ਫਰਕ ਪਾਇਆ ਗਿਆ ਹੈ। ਜਿਵੇਂ ਜਪ ਬਾਣੀ ਵਿੱਚ ਸੋਦਰ ਦੀ ਪੌੜੀ ਹੈ, ਜਿਹਦੀਆਂ ਕਈ ਪੰਕਤੀਆਂ ਵਿੱਚ ਥੋੜਾ ਥੋੜਾ ਫਰਕ ਆਇਆ ਹੈ। ਆਪਾਂ ਕੇਵਲ ਇੱਕ ਪੰਕਤੀ ਦਾ ਹੀ ਜ਼ਿਕਰ ਕਰਾਂਗੇ। ਗਾਵੇ ਤੋਨੋ ਪੌਣ ਪਾਣੀ ਬਹਿ ਤੰਤਰ, ਗਾਵੇ ਰਾਜਾ ਧਰਮ ਦੁਆਰੇ। ਇਹ ਜਪਜੀ ਸਾਹਿਬ ਦੀ ਪੌੜੀ ਆ, ਲੇਕਿਨ ਇਹੀ ਪੌੜੀ ਜਦੋਂ ਅਸੀਂ ਰਹਿਰਾਸ ਦੇ ਵਿੱਚ ਦੇਖਦੇ ਹਾਂ ਤਾਂ ਉੱਥੇ ਗਾਵੇਂ ਦੀ ਬਜਾਏ ਗਾਵਨ, ਤੋਨੋਂ ਦੀ ਬਜਾਏ ਤੁਧਨੋਂ, ਪਵਨ ਪਾਣੀ ਬਹਿ ਤੰਤਰ। ਜਪਜੀ ਸਾਹਿਬ ਦੇ ਵਿੱਚ ਮੈਂ ਫਿਰ ਉਚਾਰਨ ਕਰ ਦਿੰਦਾ,
ਗਾਵੇਂ ਤੋਹਨੋਂ ਪੌਣ ਪਾਣੀ ਬੈ ਸੰਤਰ, ਲੇਕਿਨ ਰਹਿ ਰਾਸ ਬਾਣੀ ਦੇ ਵਿੱਚ ਹੈ ਗਾਵਣ ਤੁਧ ਨੂੰ। ਗਾਵੇ ਦੀ ਥਾਂ ਗਾਵਣ ਤੇ ਤੋਹਨੋਂ ਹੈ ਹਾਹੇ ਨਾਲ, ਤੋਹਨੋਂ ਉੱਥੇ ਤੁਧ ਨੂੰ ਕੀਤਾ ਗਿਆ। ਬਾਕੀ ਐਜ਼ ਇਟ ਇਜ਼ ਹੀ ਹੈ, ਬਾਕੀ ਸਾਰਾ ਸੇਮ। ਲੇਕਿਨ ਇਹੀ ਜਿਹੜਾ ਪੰਕਤੀ ਹੈ ਜਦੋਂ ਆਪਣੇ ਆਸਾ ਰਾਗ ਵਿੱਚ ਆਉਂਦੀ ਹੈ, ਆਸਾ ਮਹਿਲਾ ਪਹਿਲਾ, ਗੁਰੂ ਗ੍ਰੰਥ ਸਾਹਿਬ ਦੇ ਅੰਕ ਹੈ ਜੀ 347 ਦੇ, ਉੱਥੇ ਫਿਰ ਇਹਦੇ ਵਿੱਚ ਥੋੜਾ ਜਿਹਾ ਫਰਕ ਪਾਇਆ ਗਿਆ। ਗਾਵਨ ਤੁਧ ਨੂੰ ਪੌਣ ਪਾਣੀ ਬੈ ਸੰਤਰ, ਭਾਵ ਜਿਹੜਾ ਰਹਿ ਰਾਸ ਬਾਣੀ ਦੇ ਵਿੱਚ ਸੀਗਾ ਉਹਦੇ ਨਾਲੋਂ ਫਿਰ ਥੋੜਾ ਜਿਹਾ ਫਰਕ ਪਾ ਦਿੱਤਾ ਗਿਆ। ਤੇ ਇਸੇ ਤਰ੍ਹਾਂ ਹੀ ਹੋਰ ਬਾਣੀਆਂ ਵੀ ਕਾਫੀ ਬਾਣੀਆਂ ਹਨ, ਜਿਵੇਂ 16 ਸਾਹਿਬ ਦੀਆਂ ਬਾਣੀਆਂ। ਆਪਣੀ ਜਿਹੜੀ ਰਹਿ ਰਾਸ ਹੈ ਉਹਦੇ 5 ਸ਼ਬਦ ਹੈ ਸੋ ਪੁਰਖ ਦੇ। ਜੇ ਤੁਸੀਂ ਉਹਨਾਂ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਰਹਿ ਰਾਸ ਬਾਣੀ ਨਾਲੋਂ ਜਿੱਥੇ ਜਿੱਥੇ ਵੀ ਉਹ ਆਪਣੇ ਮੂਲ ਰਾਗ ਦੇ ਵਿੱਚ ਆਏ ਹੈ ਉੱਥੇ ਥੋੜਾ ਥੋੜਾ ਕਿਤੇ ਨਾ ਕਿਤੇ ਇੱਕ ਸ਼ਬਦ ਦੇ ਵਿੱਚ ਜ਼ਰੂਰ ਫਰਕ ਪਾਇਆ ਗਿਆ ਹੋਵੇਗਾ। ਜਿਵੇਂ ਕੋਏ, ਕੋਏ ਦੇ ਥਾਂ ਕੋਈ ਕਰਤਾ, ਜਾਂ ਜੇ ਉੱਥੇ ਕੋਈ ਹੈ ਤਾਂ ਉੱਥੇ ਕੋਏ ਕਰਤਾ। ਜੇ ਧਨ ਧਨ ਹੈ, ਇੱਕ ਤਾਂ ਧਨ ਧੱਦੇ ਦਾ ਮੁਕਤਾ ਹੈ, ਇੱਕ ਤਾਂ ਧੱਦੇ ਉੱਤੇ ਟਿੱਪੀ ਲਾਤੀ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਹੋਰ ਬਾਣੀਆਂ ਦੇ ਵਿੱਚ ਵੀ ਫਰਕ ਪਾਇਆ ਗਿਆ, ਸਿਰਫ ਇਸੇ ਕਰਕੇ ਹੀ ਤਾਂ ਕਿ ਉਹਨਾਂ ਦੀ ਪਹਿਚਾਣ ਬਣੀ ਰਹੇ ਵੀ ਇਹ ਪੌੜੀ ਜਪਜੀ ਸਾਹਿਬ ਦੀ ਹੈ, ਇਹ ਬਾਣੀ ਰਹਿ ਰਾਸ ਸਾਹਿਬ ਦੀ ਹੈ, ਜਾਂ ਇਹ ਜਿਹੜਾ ਬਾਣੀ ਹੈ ਆਪਣੇ ਮੂਲ ਰਾਗ ਦੇ ਵਿੱਚ ਜਿੱਥੇ ਉਹ ਆਈ ਹੈ ਉੱਥੋਂ ਦੀ ਹੈ। ਮੈਨੂੰ ਇੱਕੋ ਇੱਕ ਕਾਰਨ ਲੱਗਿਆ ਕਿ ਉਹਨਾਂ ਦੀ ਅਲੱਗ-ਅਲੱਗ ਪਹਿਚਾਣ ਬਣਾਈ ਰੱਖਣ ਵਾਸਤੇ ਗੁਰੂ ਸਾਹਿਬ ਨੇ ਇਹ ਥੋੜਾ ਥੋੜਾ ਫਰਕ ਪਾਇਆ ਹੈ। ਤੇ ਅਗਰ ਹੋਰ ਵੀ ਕੋਈ ਕਾਰਨ ਹੋ ਸਕਦਾ, ਜੇਕਰ ਇਹਦੀ ਡੂੰਘੀ ਖੋਜ ਕੀਤੀ ਜਾਵੇ, ਮੈਂ ਕੋਈ ਦਾਅਵਾ ਨਹੀਂ ਕਰਦਾ ਵੀ ਇਹ ਇੱਕੋ ਇੱਕ ਕਾਰਨ ਹੈ। ਤੇ ਅਗਰ ਇਹ ਕਾਰਨ ਹੋਰ ਕਿਸੇ ਨੂੰ ਵੀ ਜਾਣਕਾਰੀ ਹੋਵੇ ਤਾਂ ਉਹ ਵੀਰ ਭੈਣ ਜ਼ਰੂਰ ਸਾਂਝੀ ਕਰ ਸਕਦਾ, ਜਿਸ ਦੇ ਨਾਲ ਸਾਡੇ ਵੀ ਗਿਆਨ ਵਿੱਚ ਵਾਧਾ ਹੋ ਸਕਦਾ। ਤੇ ਮੈਂ ਅੰਤ ਵਿੱਚ ਖਿਮਾ ਦਾ ਜਾਚਕ ਹਾਂ ਜੀ, ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਵੀਰ ਜੀ। ਸੰਗਤ ਜੀ, ਵੀਰ ਜੀ ਨੇ ਬਹੁਤ ਸਾਰੀਆਂ ਕੋਟੇਸ਼ਨ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਦੇ ਕੇ ਸਾਨੂੰ ਦੱਸਿਆ। ਦੇਖੋ ਇੱਕ ਗੱਲ ਜਿਹੜੀ ਬੜੀ ਅਹਿਮ ਜਿਹੜੀ ਉਹਨਾਂ ਨੇ ਹੁਣ ਵੀਰ ਜੀ ਨੇ ਜ਼ੋਰ ਦੇ ਕੇ ਕਹੀ ਹੈ ਕਿ ਸੇਮ ਸ਼ਬਦ ਥੋੜੇ ਥੋੜੇ ਫਰਕ ਨਾਲ ਥਾਂ ਥਾਂ ਤੇ ਆਉਂਦਾ ਹੈ। ਇਹਦਾ ਮਤਲਬ ਹੈ ਕਿ ਸਾਨੂੰ ਪਾਠ ਕਰਨ ਲੱਗਿਆਂ ਬਾਣੀ ਨੂੰ ਬੜੇ ਧਿਆਨ ਨਾਲ ਪੜ੍ਹਨਾ ਚਾਹੀਦਾ ਵੀ ਇਸ ਕੀ ਪੜ੍ਹੇ, ਕਿਉਂਕਿ ਖਾਸ ਕਰਕੇ ਜਿਹੜੀਆਂ ਬਾਣੀਆਂ ਸੀ ਜਿਵੇਂ ਰਹਿਰਾਸ ਦਾ ਜ਼ਿਕਰ ਹੈ ਰੋਜ਼ਾਨਾ ਪੜ੍ਹਦੇ, ਤੇ ਉਹ ਸਾਡੇ ਜ਼ਬਾਨ ਸਾਨੂੰ ਕੰਠ ਹੋਈਆਂ ਹੁੰਦੀਆਂ ਨੇ। ਤੇ ਮੈਂ ਤੇ ਹਮੇਸ਼ਾ ਮੇਰਾ ਇਹ ਤਜਰਬਾ ਹੈ ਜੀ, ਜਿਹੜੀਆਂ ਬਾਣੀਆਂ ਸੌਖੀਆਂ ਹੋਣਗੀਆਂ ਅਸੀਂ ਆਮ ਪੜ੍ਹਦੇ ਹੋਈ ਗਲਤੀਆਂ ਉਹਨਾਂ 'ਚ ਹੁੰਦੀਆਂ, ਕਿਉਂਕਿ ਅਸੀਂ ਉਧਰ ਧਿਆਨ ਨਹੀਂ ਦਿੰਦੇ ਵੀ ਇਹ ਤਾਂ ਪਤਾ ਹੀ ਹੈ ਜੀ। ਤਾਂ ਇਸ ਕਰਕੇ ਇਹ ਜਿਹੜਾ ਇੰਡੀਕੇਸ਼ਨ ਆਈ ਹੈ ਕਿ ਸੇਮ ਸ਼ਬਦ ਥੋੜੇ ਫਰਕ ਨਾਲ ਹੈ, ਇਹਦਾ ਮਤਲਬ ਸਾਨੂੰ ਪੜ੍ਹਨ ਲੱਗਿਆ ਬਹੁਤ ਜ਼ਿਆਦਾ ਕੰਸਨਟ੍ਰੇਸ਼ਨ ਦੀ ਜ਼ਰੂਰਤ ਹੈ। ਤੇ ਦੂਸਰੀ ਦੇਖੋ, ਬਾਬਾ ਫਰੀਦ ਜੀ ਦਾ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦਾ ਜਿਵੇਂ ਮਿਲਦੇ ਜੁਲਦੇ ਵੀਰ ਜੀ ਨੇ ਦੱਸੇ ਨੇ, ਇਹਦਾ ਮਤਲਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਹੋਰ ਭਗਤ ਜਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਮੌਜੂਦ ਸਨ, ਜਿਹੜੀਆਂ ਉਹਨਾਂ ਨੇ ਇਕੱਠੀਆਂ ਕੀਤੀਆਂ ਸੀ। ਤੋ ਵੀ ਕਿੱਕਰ ਸਿੰਘ ਦਾ ਧੰਨਵਾਦ ਹੈ। ਅਗਲਾ ਸਵਾਲ ਮੈਂ ਡਾਕਟਰ ਤੇਜਿੰਦਰ ਸਿੰਘ ਜੀ ਲਈ ਬੇਨਤੀ ਕਰ ਰਿਹਾ। ਸਾਡੇ ਕੋਲ ਸਵਾਲ ਆਇਆ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੇ ਕਦੋਂ ਹੋਂਦ 'ਚ ਆਈ ਹੈ, ਤੇ ਪਰ ਜਿਹੜਾ ਦੂਸਰਾ ਪਾਰਟ ਉਹਨਾਂ ਨੇ ਪੁੱਛਿਆ ਸਵਾਲਕਰਤਾ ਨੇ, ਉਹ ਹੈ ਕਿ ਇਹਦਾ ਜਿਹੜਾ ਆਮਦਨ ਖਰਚਾ ਜਿਹੜਾ ਹੈ ਉਹਦਾ ਕੀ ਵਸੀਲਾ ਹੈ, ਉਹ ਤੇ ਕੌਣ ਚੈੱਕ ਰੱਖਦਾ ਹੈ। ਤੋ ਇਹ ਐਸਾ ਇੱਕ ਸਵਾਲ ਹੈ, ਪਰ ਚਲੋ ਮੈਂ ਬੇਨਤੀ ਕਰ ਰਿਹਾ ਵੀਰ ਆਪਣਾ ਡਾਕਟਰ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਹਦੇ ਬਾਰੇ ਸਾਨੂੰ ਕੁਝ ਚਾਨਣਾ ਪਾਉਣ। ਪਹਿਲੀ ਗੱਲ ਤਾਂ ਜਿਹੜਾ ਮੇਨ ਸਵਾਲ ਤੇ SGPC ਕਦੋਂ ਹੋਂਦ 'ਚ ਆਈ, ਇਹ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ਼ਪਿੰਦਰ ਸਿੰਘ ਜੀ ਦਾ ਸਵਾਲ ਮੇਰੇ ਕੋਲ ਪਹੁੰਚਿਆ ਹੈ, ਕਿੱਥੇ ਅਤੇ ਕਿਵੇਂ ਹੋਂਦ ਵਿੱਚ ਆਈ। ਐਵੇਂ ਲਿਖਿਆ ਜੀ, ਮੈਂ ਬੇਨਤੀ ਕਰਾਂ ਇਸ ਦੇ ਲਈ ਸੰਖੇਪ ਇਤਿਹਾਸ ਜਿਹੜਾ ਸਥਾਪਨਾ ਦਾ ਉਹ ਵਰਣਨ ਕੀਤਾ ਜਾਏਗਾ, ਕਿਰਪਾ ਕਰਕੇ ਪ੍ਰਵਾਨ ਕਰਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਧਾਰਮਿਕ ਸੰਸਥਾ ਜਿਸ ਦਾ ਮੁੱਖ ਉਦੇਸ਼ ਗੁਰੂ ਧਾਮਾਂ ਦੀ ਵਿਵਸਥਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ। ਇਸ ਦੀ ਸਥਾਪਨਾ ਦਾ ਮੂਲ ਕਾਰਨ ਸਨ 1920 ਈਸਵੀ ਵਿੱਚ ਗੁਰਦੁਆਰਿਆਂ ਦੇ ਸੁਧਾਰ ਲਈ ਸ਼ੁਰੂ ਕੀਤਾ ਅੰਦੋਲਨ ਸੀ। ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਹਰ ਤਰ੍ਹਾਂ ਦੀ ਨਿਰਾਸ਼ਾ ਨੇ ਪੰਥ ਨੂੰ ਘੇਰ ਲਿਆ। ਗੁਰੂ ਧਾਮਾਂ ਦੇ ਪੁਜਾਰੀ ਜਾਂ ਮਹੰਤ
ਗੁਰਦੁਆਰਿਆਂ ਨੂੰ ਆਪਣੀ ਵਿਰਾਸਤ ਸਮਝਣ ਲੱਗ ਗਏ ਅਤੇ ਵਿਲਾਸਤਾ ਵਿੱਚ ਪੂਰੀ ਤਰ੍ਹਾਂ ਮਗਨ ਹੋ ਗਏ। ਅੰਗਰੇਜ਼ ਸਰਕਾਰ ਇਹਨਾਂ ਦੀ ਪਿੱਠ ਠੋਕ ਰਹੀ ਸੀ, ਕਿਉਂਕਿ ਅਜਿਹਾ ਕਰਨ ਨਾਲ ਸਿੱਖ ਜਥੇਬੰਦੀ ਕਮਜ਼ੋਰ ਹੁੰਦੀ। ਇਹ ਗੱਲ ਸਰਕਾਰ ਦੇ ਹੱਕ ਵਿੱਚ ਜਾਂਦੀ, ਕਿਉਂਕਿ ਸਿੱਖ ਸਮਾਜ ਨੂੰ ਗੁੰਮਰਾਹ ਕਰਨ ਲਈ ਸਰਕਾਰ ਆਪਣੀ ਮਨਮਰਜ਼ੀ ਦੇ ਹੁਕਮਨਾਮੇ ਆਦਿ ਜਾਰੀ ਕਰਵਾ ਲਿਆ ਕਰਦੀ ਸੀ। ਸਰਕਾਰ ਵਿਰੋਧੀਆਂ ਨੂੰ ਤਨਖਾਹ ਵੀ ਲਗਵਾ ਲਿਆ ਕਰਦੀ ਸੀ। ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਸਰਕਾਰ ਦੀ ਵਫਾਦਾਰੀ ਲਈ ਹੁਕਮਨਾਮਾ ਭਿਜਵਾਇਆ ਜਾਣਾ, ਗਿਆਨੀ ਦਿੱਤ ਸਿੰਘ ਜੀ, ਭਾਈ ਪ੍ਰੋਫੈਸਰ ਗੁਰਮੁਖ ਸਿੰਘ ਜੀ ਵਰਗੇ ਸੁਤੰਤਰ ਚੇਤਨਾ ਵਾਲੇ ਸਿੱਖਾਂ ਨੂੰ ਤਨਖਾਹੀਏ ਕਰਾਰ ਦਿੱਤਾ ਜਾਣਾ, ਇਹਨਾਂ ਗੱਲਾਂ ਦੇ ਸਬੂਤ ਹਨ। ਬੱਬਰ ਅਕਾਲੀਆਂ ਅਤੇ ਗਦਰੀ ਸਿੱਖਾਂ ਪ੍ਰਤੀ ਵੀ ਅਜਿਹੀਆਂ ਨਕਾਰਾਤਮਕ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਤੋਂ ਇਲਾਵਾ 12 ਅਕਤੂਬਰ 1920 ਈਸਵੀ ਨੂੰ ਖਾਲਸਾ ਬਰਾਦਰੀ ਨੇ ਜਲਿਆਂਵਾਲੇ ਬਾਗ ਵਿੱਚ ਦੀਵਾਨ ਸਜਾ ਕੇ ਆਖੀਆਂ ਜਾਂਦੀਆਂ ਪਛੜੀਆਂ ਹੋਈਆਂ ਜਾਤਾਂ ਦੇ ਅਨੇਕ ਸਿੱਖਾਂ ਨੂੰ ਅੰਮ੍ਰਿਤਪਾਨ ਕਰਵਾਇਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ, ਜਿਨ੍ਹਾਂ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਕਈ ਪ੍ਰੋਫੈਸਰ ਅਤੇ ਵਿਦਿਆਰਥੀ ਵੀ ਸ਼ਾਮਲ ਸਨ, ਦਰਬਾਰ ਸਾਹਿਬ ਗਏ ਤਾਂ ਜੋ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਚੜਾਇਆ ਜਾਵੇ। ਪੁਜਾਰੀਆਂ ਨੇ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ। ਜਾਤ ਦਾ ਆਧਾਰ ਲਿਆ ਗਿਆ। ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈਣ ਦਾ ਨਿਰਣਾ ਸੁਝਾਅ ਦਿੱਤਾ ਗਿਆ। ਵਾਕ ਇਸ ਤਰ੍ਹਾਂ ਆਇਆ, ਨਿਗੋਨਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰੂ ਕੀ ਸੇਵਾ ਲਾਹੇ, ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਪੁਜਾਰੀਆਂ ਦਾ ਭਰਮ ਮਿਟ ਗਿਆ। ਇਹ ਦੱਸਿਆ ਜਾਂਦਾ ਹੈ ਕਿ ਪੁਜਾਰੀਆਂ ਦਾ ਭਰਮ ਮਿਟ ਗਿਆ ਅਤੇ ਅਰਦਾਸ ਕਰ ਦਿੱਤੀ ਗਈ। ਇਸ ਉਪਰੰਤ ਸੰਗਤ ਅਕਾਲ ਤਖਤ ਉੱਪਰ ਗਈ। ਉੱਥੋਂ ਦੇ ਪੁਜਾਰੀ ਸੰਗਤ ਨੂੰ ਵੇਖ ਕੇ ਭੱਜ ਗਏ। ਇਹ ਹੁਣ ਗੁਰਦੁਆਰੇ ਦੀ ਸਾਡੀ ਕਸਟਡੀ ਵਿੱਚ ਆਉਣ ਦਾ ਇਤਿਹਾਸ ਸ਼ੁਰੂ ਹੋਇਆ ਜੀ। ਸਵਾਲ ਇਹ ਸੀ ਕਿ ਪਹਿਲਾ ਕਿਹੜਾ ਗੁਰਧਾਮ ਸੇਵਾ ਸੰਭਾਲ ਚ ਆਇਆ। ਇੱਥੇ ਸਵਾਲ ਦੇ ਵਿੱਚ ਮੈਂ ਦੇਖ ਰਿਹਾ ਸੀ, ਤਾਂ ਇਹਦੇ ਵਿੱਚ ਮੈਨੂੰ ਇਹ ਹੀ ਇੱਥੇ ਨਜ਼ਰ ਆਇਆ ਕਿ ਅਸੀਂ ਇਹ ਜਿਹੜੀ ਲਾਈਨ ਸੁਣ ਰਹੇ ਹਾਂ, ਇਸ 'ਚ ਜਵਾਬ ਮਿਲੇਗਾ ਜੀ। ਉਸ ਉਪਰੰਤ ਸੰਗਤ ਅਕਾਲ ਤਖਤ ਉੱਪਰ ਗਈ। ਉੱਥੋਂ ਦੇ ਪੁਜਾਰੀ ਸੰਗਤ ਨੂੰ ਵੇਖ ਕੇ ਭੱਜ ਗਏ। ਸੁਧਾਰਵਾਦੀਆਂ ਨੇ ਖੁਦ ਅਰਦਾਸ ਕਰਕੇ ਪ੍ਰਸ਼ਾਦ ਵੰਡਿਆ ਅਤੇ ਤਖਤ ਸਾਹਿਬ ਦੇ ਪ੍ਰਬੰਧ ਅਤੇ ਸੁਰੱਖਿਆ ਲਈ 25 ਸਿੰਘ ਉੱਥੇ ਠਹਿਰਾ ਦਿੱਤੇ, ਜਿਨ੍ਹਾਂ ਦਾ ਜਥੇਦਾਰ ਸਰਦਾਰ ਤੇਜਾ ਸਿੰਘ ਕੁਚਰ ਨੂੰ ਥਾਪਿਆ ਗਿਆ। ਹੁਣ 13 ਅਕਤੂਬਰ 1920 ਨੂੰ ਡਿਪਟੀ ਕਮਿਸ਼ਨਰ ਨੇ ਨਵੇਂ ਬਣਾਏ ਸਰਬਰਾਹ ਸਰਦਾਰ ਸੁੰਦਰ ਸਿੰਘ ਰਾਮਗੜੀਆ ਅਧੀਨ 9 ਮੈਂਬਰਾਂ ਦੀ ਆਰਜੀ ਕਮੇਟੀ ਬਣਾ ਦਿੱਤੀ। ਉਧਰ ਸੁਧਾਰਕਾਂ ਨੇ 15 ਨਵੰਬਰ 1920 ਨੂੰ ਇਸ ਮਸਲੇ ਨੂੰ ਨਜਿੱਠਣ ਲਈ ਅਕਾਲ ਤਖਤ ਦੇ ਸਾਹਮਣੇ ਸਿੱਖ ਸੰਗਤਾਂ ਦੀ ਇਕੱਤਰਤਾ ਰੱਖ ਦਿੱਤੀ। ਪਰ ਇਸ ਤੋਂ 2 ਦਿਨ ਪਹਿਲਾਂ ਮਹਾਰਾਜਾ ਪਟਿਆਲਾ ਨਾਲ ਸਲਾਹ ਕਰਕੇ 13 ਨਵੰਬਰ 1920 ਈਸਵੀ ਨੂੰ 36 ਮੈਂਬਰਾਂ ਦੀ ਕਮੇਟੀ, ਸਰਕਾਰੀ ਕਮੇਟੀ ਕਿਹਾ ਜਾਂਦਾ ਹੈ, ਬਣਾ ਦਿੱਤੀ ਗਈ, ਜਿਸ ਦਾ ਪ੍ਰਧਾਨ ਸਰਦਾਰ ਹਰਬੰਸ ਸਿੰਘ ਅਟਾਰੀ ਨੂੰ ਬਣਾਇਆ ਗਿਆ। 15 ਅਤੇ 16 ਨਵੰਬਰ 1920 ਦੀ ਗੱਲ ਹੋ ਰਹੀ ਹੈ ਜੀ। 15 ਅਤੇ 16 ਨਵੰਬਰ ਨੂੰ ਅਕਾਲ ਤਖਤ ਦੇ ਸਾਹਮਣੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜੁੜੀ ਅਤੇ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ, ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਇਹ ਸਥਾਪਨਾ ਦੀ ਗੱਲ ਹੈ। ਇਸ ਵਿੱਚ ਕੁੱਲ 175 ਮੈਂਬਰ ਲਏ ਗਏ। ਇਹਨਾਂ ਮੈਂਬਰਾਂ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਪਾਕਿਸਤਾਨ ਤੇ ਜਿਹੜਾ ਅੱਜ ਦਾ ਸਾਡਾ ਹਿੰਦੁਸਤਾਨ ਦਾ ਪੰਜਾਬ ਹੈ, ਇਹ ਉਦੋਂ ਹਰਿਆਣਾ, ਹਿਮਾਚਲ, ਚੰਡੀਗੜ੍ਹ ਵਿੱਚੇ ਹੋਇਆ ਕਰਦਾ ਸਨ। ਇਹਨਾਂ ਸਾਰੀਆਂ ਰਿਆਸਤਾਂ ਦੇ ਜ਼ਿਲ੍ਹੇ ਜਾਂਦੇ ਗੁਰਦੁਆਰੇ ਜਿਹੜੇ ਸੀ, ਉਹਨਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਸਰਕਾਰ ਦੁਆਰਾ ਸਥਾਪਿਤ ਕੀਤੀ 36 ਮੈਂਬਰਾਂ ਦੀ ਕਮੇਟੀ ਦੇ ਮੈਂਬਰਾਂ ਨੂੰ ਵੀ ਲੈ ਲਿਆ ਗਿਆ। ਇਸ ਕਮੇਟੀ ਦੀ ਉਦਘਾਟਨੀ ਮੀਟਿੰਗ 12 ਦਸੰਬਰ 1920 ਨੂੰ ਅਕਾਲ ਤਖਤ ਉੱਪਰ ਰੱਖੀ ਗਈ। ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਪ੍ਰਧਾਨ, ਸਰਦਾਰ ਹਰਬੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ, ਸਰਦਾਰ ਸੁੰਦਰ ਸਿੰਘ ਰਾਮਗੜੀਆ ਨੂੰ ਸਕੱਤਰ ਬਣਾਇਆ ਗਿਆ। ਅਗਲੇ ਸਾਲ ਦੇ ਸ਼ੁਰੂ ਵਿੱਚ ਭਾਵ 23 ਜਨਵਰੀ 1921 ਨੂੰ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਪੰਜਾਬ ਦੇ ਗਵਰਨਰ ਦੀ ਐਗਜ਼ੈਕਟਿਵ ਕਾਉਂਸਲ ਦਾ ਮੈਂਬਰ ਹੋ ਜਾਣ ਕਾਰਨ ਅਸਤੀਫਾ ਦੇ ਦਿੱਤਾ ਅਤੇ ਬਾਬਾ ਖੜਕ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। 30 ਅਪ੍ਰੈਲ 1921 ਈਸਵੀ ਵਿੱਚ ਇਸ ਕਮੇਟੀ ਨੂੰ ਰਜਿਸਟਰ ਕਰਵਾ ਦਿੱਤਾ ਗਿਆ। ਜੁਲਾਈ 1921 ਈਸਵੀ ਵਿੱਚ ਨਵੀਂ ਕਮੇਟੀ ਲਈ ਚੋਣਾਂ ਹੋਈਆਂ। ਸਿੱਟੇ ਵਜੋਂ ਬਾਬਾ ਖੜਕ ਸਿੰਘ ਜੀ ਨੂੰ ਪ੍ਰਧਾਨ, ਕਪਤਾਨ ਰਾਮ ਸਿੰਘ ਜੀ ਨੂੰ ਮੀਤ ਪ੍ਰਧਾਨ ਅਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਜੀ ਨੂੰ ਸਕੱਤਰ ਚੁਣ ਲਿਆ ਗਿਆ। ਇਸ ਕਮੇਟੀ ਦਾ ਮੁੱਖ ਉਦੇਸ਼ ਸੀ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ, ਉਹਨਾਂ ਨੂੰ ਸਿੱਖ ਮਰਿਆਦਾ ਦਾ ਪਾਲਣ ਕਰਨ ਵਾਸਤੇ ਪੁਜਾਰੀਆਂ ਤੋਂ ਆਜ਼ਾਦ ਕਰਾਉਣਾ, ਆਮਦਨ ਨੂੰ ਵਿਵਸਥਿਤ ਰੂਪ ਦੇ ਕੇ ਉਸ ਨੂੰ ਗੁਰਦੁਆਰਿਆਂ ਦੀ ਦੇਖਭਾਲ, ਵਿਦਿਆ ਪ੍ਰਸਾਰ ਅਤੇ ਲੰਗਰ ਆਦਿ ਦੀਆਂ ਸੇਵਾਵਾਂ ਉੱਪਰ ਖਰਚ ਕਰਨਾ। ਉਦਘਾਟਨੀ ਮੀਟਿੰਗ ਤੋਂ 2 ਦਿਨ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਰਾਜਨੀਤਿਕ ਸ਼ਾਖਾ ਦੀ ਸਥਾਪਨਾ ਕੀਤੀ ਗਈ। ਇਹ ਜਿਹੜੀ ਰਾਜਨੀਤਿਕ ਸ਼ਾਖਾ ਸੀ, ਇਸ ਦਾ ਨਾਂ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ। ਤੋਂ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਹੈ ਜੀ। ਇਸ ਦੌਰਾਨ ਗੱਲਬਾਤ ਜਾਂ ਸੁਲ੍ਹਾ ਸਫਾਈ ਨਾਲ ਕੁਝ ਗੁਰਦੁਆਰੇ ਗੁਰਧਾਮ ਪੁਜਾਰੀਆਂ ਜਾਂ ਮਹੰਤਾਂ ਤੋਂ ਮੁਕਤ ਕਰਵਾ ਲਏ ਗਏ। ਆਪਣੀਆਂ ਗੱਦੀਆਂ ਖੁੱਸਦੀਆਂ ਵੇਖ ਕੇ ਕਈ ਮਹੰਤ ਸਰਕਾਰ ਕੋਲੋਂ ਮਦਦ ਲੈਣ ਵੀ ਗਏ ਅਤੇ ਸਰਕਾਰ ਵੱਲੋਂ ਅਜਿਹਾ ਕਰਨ ਦਾ ਵਿਸ਼ਵਾਸ ਵੀ ਦਿਵਾਇਆ ਗਿਆ। ਪਰ ਕਈ ਸਥਾਨਾਂ ਤੇ ਮਹੰਤ ਹਿੰਸਕ ਕਾਰਵਾਈਆਂ ਕਰਨ ਤੋਂ ਸੰਕੋਚ ਨਾ ਕਰਕੇ ਹਥਿਆਰ ਅਤੇ ਗੁੰਡੇ ਇਕੱਠੇ ਕਰਦੇ ਰਹੇ। ਹਿੰਸਕ ਕਾਰਵਾਈਆਂ ਦੀ ਪਹਿਲੀ ਘਟਨਾ 26 ਜਨਵਰੀ 1921 ਨੂੰ ਤਰਨਤਾਰਨ ਗੁਰਧਾਮ ਵਿਖੇ ਵਾਪਰੀ। ਜਦੋਂ ਸਮਝੌਤੇ ਲਈ ਗਏ ਤਾਂ ਅਕਾਲੀ ਕਾਰਕੁਨਾਂ ਉੱਤੇ ਗੁਰੂ ਧਾਮ ਦੇ ਅੰਦਰੋਂ ਹਮਲਾ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ 2 ਸਿੰਘ ਹਜ਼ਾਰਾ ਸਿੰਘ ਜੀ, ਹੁਕਮ ਸਿੰਘ ਜੀ ਸ਼ਹੀਦ ਹੋਏ, ਕਈ ਹੋਰ ਜ਼ਖਮੀ ਹੋਏ। ਉਧਰ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵੀ ਹੋ ਗਿਆ। ਇਹਨਾਂ ਸਾਕਿਆਂ ਨੇ ਸਿੱਧ ਕਰ ਦਿੱਤਾ ਕਿ ਮਹੰਤਾਂ ਨੂੰ ਸਰਕਾਰ ਦੀ ਮਦਦ ਹਾਸਲ ਸੀ। ਫਲਸਰੂਪ ਮੋਰਚਿਆਂ ਦੀ ਲੜੀ ਚੱਲ ਪਈ। ਸਿੱਖਾਂ ਵਿੱਚ ਬਹੁਤ ਜੋਸ਼ ਪੈਦਾ ਹੋ ਗਿਆ। 12 ਅਕਤੂਬਰ 1923 ਈਸਵੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦੋਹਾਂ ਨੂੰ ਗੈਰ ਕਾਨੂੰਨੀ ਠਹਿਰਾ ਕੇ ਵੱਡੇ ਵੱਡੇ ਲੀਡਰਾਂ ਅਤੇ ਸੈਂਕੜੇ ਕਾਰਕੁਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਆਖਿਰ ਸਿੱਖਾਂ ਦੀਆਂ ਸ਼ਹਾਦਤਾਂ, ਕੁਰਬਾਨੀਆਂ ਅਤੇ ਜੋਸ਼ ਸਾਹਮਣੇ ਸਰਕਾਰ ਝੁਕ ਗਈ ਅਤੇ ਸਿੱਖ ਗੁਰਦੁਆਰਾ ਐਕਟ 1925 ਪਾਸ ਕਰਕੇ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੀ ਵਿਵਸਥਾ ਖੁਦ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ। ਪੰਜਾਬ ਦੇ ਸਾਰੇ ਅਨੁਸੂਚਿਤ ਗੁਰਦੁਆਰੇ ਇਸ ਐਕਟ ਅਧੀਨ ਹੋ ਗਏ। ਪੰਜਾਬ ਤੋਂ ਭਾਵ ਸਾਰਾ ਪੰਜਾਬ, ਗ੍ਰੇਟਰ ਪੰਜਾਬ ਜੀ, ਪਾਕਿਸਤਾਨ ਵਾਲਾ ਪੰਜਾਬ ਮਿਲਾ ਕੇ। ਬਾਅਦ ਵਿੱਚ ਪੈਪਸੂ ਦੇ ਗੁਰਧਾਮ ਵੀ ਇਸ ਐਕਟ ਦੇ ਅਧੀਨ ਲਿਆਂਦੇ ਗਏ, ਪਰ ਪਾਕਿਸਤਾਨ ਬਣਨ ਨਾਲ ਉਸ ਦੀ ਸੀਮਾ ਵਿੱਚ ਪੈਂਦੇ ਧਰਮਧਾਮ ਹਮੇਸ਼ਾ ਲਈ ਖੁੱਸ ਗਏ। ਦੇਸ਼ ਦੀ ਵੰਡ 1947 ਤੋਂ ਬਾਅਦ ਪੱਛਮੀ ਪੰਜਾਬ ਦੇ 178 ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਤੋਂ ਨਿਕਲ ਗਏ। ਵਰਤਮਾਨ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ 5 ਕੁ ਸਾਲ ਪਹਿਲਾਂ ਦੀ ਗਿਣਤੀ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਸੈਕਸ਼ਨ 85 ਅਧੀਨ 83 ਭਾਵ ਇਤਿਹਾਸਕ ਗੁਰਦੁਆਰੇ, 2 ਸੈਕਸ਼ਨ ਇਹਦੇ ਨਾਲ ਵਾਬਸਤਾ ਨੇ ਜੀ ਗੁਰਦੁਆਰਾ ਐਕਟ ਦੇ। ਇੱਕ ਹੈਗਾ ਸੈਕਸ਼ਨ 85, ਇੱਕ ਹੈਗਾ ਸੈਕਸ਼ਨ 87। ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹ 85 ਸੈਕਸ਼ਨ ਦੇ ਅਧੀਨ ਨੇ। ਜਿਹੜੇ ਹੋਰ ਗੁਰਦੁਆਰੇ ਸ਼੍ਰੋਮਣੀ ਕਮੇਟੀ ਵੱਖਰੇ ਵੱਖਰੇ ਪੈਰਾਮੀਟਰ ਦੇ ਵਿੱਚ ਆ ਕੇ ਕਬਜ਼ਾ ਲੈਂਦੀ ਹੈ, ਉਹ ਸੈਕਸ਼ਨ 87 ਦੇ ਅਧੀਨ ਨੇ। ਤਾਂ ਮੈਂ ਰਿਪੀਟ ਕਰਾਂਗਾ ਜੀ ਕਿ 5 ਕੁ ਸਾਲ ਪਹਿਲਾਂ ਦੀ ਗਿਣਤੀ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਸੈਕਸ਼ਨ 85 ਅਧੀਨ 83 ਭਾਵ ਇਤਿਹਾਸਕ ਗੁਰਦੁਆਰੇ ਅਤੇ ਸੈਕਸ਼ਨ 87 ਅਧੀਨ ਇਹਨਾਂ ਦੀ ਗਿਣਤੀ 200 ਤੋਂ ਵੱਧ ਦੱਸੀ ਗਈ ਹੈ। ਹੁਣ ਹਰਿਆਣਾ ਦੀ ਗੁਰਦੁਆਰਾ ਕਮੇਟੀ ਦੇ ਬਣਨ ਉਪਰੰਤ ਸਹੀ ਗਿਣਤੀ ਨਹੀਂ ਪ੍ਰਾਪਤ ਹੋ ਸਕੀ, ਕਿਉਂਕਿ ਕੁਝ ਗੁਰਦੁਆਰੇ ਹਰਿਆਣਾ ਵਿੱਚ ਹਨ, ਪਰ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਅੱਜ ਤੱਕ ਜਾਰੀ ਹੈ। ਬਜਟ ਵਿੱਚ ਗੋਲਕਾਂ, ਦੇਸ਼ ਵਿਦੇਸ਼ਾਂ ਤੋਂ ਪ੍ਰਾਪਤ ਭੇਟਾਂ, ਵੱਖ-ਵੱਖ ਅਦਾਰਿਆਂ ਤੋਂ ਆਮਦਨ ਖਰਚ ਦੇ ਗੋਸ਼ਵਾਰਿਆਂ ਅਨੁਸਾਰ ਨਫੇ ਨੁਕਸਾਨ, ਪ੍ਰਬੰਧਨ, ਭਲਾਈ, ਵਿਦਿਆ, ਸਿਹਤ, ਪ੍ਰਚਾਰ ਆਦਿ ਦੇ ਪ੍ਰੋਜੈਕਟ ਆਦਿ ਦਾ ਨਿਚੋੜ ਵਿਚਾਰਿਆ ਜਾਂਦਾ ਹੈ। ਅਸੂਲਨ ਸ਼੍ਰੋਮਣੀ ਕਮੇਟੀ ਸਿੱਖ ਸੰਗਤਾਂ ਨੂੰ ਜਵਾਬਦੇਹ ਹੈ ਜੀ। ਬਹੁਤ ਸਾਰੇ ਮਸਲੇ ਆਏ ਦਿਨ ਸੰਗਤ ਉਠਾਉਂਦੀ ਹੈ ਅਤੇ ਕਮੇਟੀ ਦੇ ਅਹੁਦੇਦਾਰਾਂ ਨੂੰ ਜਵਾਬ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵਿਸਥਾਰ ਨਾਲ ਡਾਕਟਰ ਸਾਹਿਬ ਨੇ ਸਾਨੂੰ ਇਸ ਸਵਾਲ ਦਾ ਉੱਤਰ ਦਿੱਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਾਰਮੇਸ਼ਨ ਔਰ ਕੀ ਉਹਨਾਂ ਦੀ ਫੰਕਸ਼ਨ ਹੈ। ਤੇ ਇੱਕ ਗੱਲ ਉਹਨਾਂ ਨੇ ਕਹੀ ਹੋਣੇ ਵੀ ਉਹ ਉੱਤਰ ਦਿੰਦੇ ਨੇ। ਇੱਥੇ ਡਾਕਟਰ ਸਾਹਿਬ ਉੱਤਰ ਮੈਨੂੰ ਲੱਗਦਾ ਘੱਟ ਹੀ ਦਿੰਦੇ ਨੇ, ਜਿੰਨੀਆਂ ਮੈਨੂੰ ਚਿੱਠੀਆਂ ਪਾਓ ਜਾਂ ਈਮੇਲਾਂ ਪਾਓ ਤੇ ਉੱਤਰ ਘੱਟ ਦਿੰਦੇ। ਤੁਹਾਡੀ ਗੱਲ ਠੀਕ ਹੈ, ਦੇਣਾ ਚਾਹੀਦਾ। ਪਰ ਸੰਗਤ ਜੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਬਾਰੇ SGPC ਨੂੰ ਤੁਸੀਂ ਚਿੱਠੀਆਂ ਪਾਓ, ਈਮੇਲਾਂ ਪਾਓ, ਉਹਨਾਂ ਦਾ ਜਵਾਬ ਨਹੀਂ ਆਉਂਦਾ। ਇਹ ਕੋਈ ਚੰਗੀ ਓਮਨ ਨਹੀਂ ਹੈ। ਹਾਲਾਂਕਿ ਹਰ ਚਿੱਠੀ ਈਮੇਲ ਨੂੰ ਅਕਨੌਲੇਜ ਕਰਨਾ ਚਾਹੀਦਾ ਹੈ ਔਰ ਦੇਖਣ ਵੀ ਸੰਗਤ ਦੀ ਆਵਾਜ਼ ਕੀ ਉੱਤੇ ਐਕਸ਼ਨ ਲੈਣਾ ਚਾਹੀਦਾ। ਪਰ ਮੈਨੂੰ ਲੱਗਦਾ ਇਸ ਪਾਸੋਂ ਕਾਫੀ ਇਸ ਵੇਲੇ ਉਕਾਈਆਂ ਹੋ ਰਹੀਆਂ ਨੇ। ਖੈਰ ਇਹ ਸਮਾਂ ਦੱਸੇਗਾ। ਤੋ ਵੀਰ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਤੋ ਸੰਗਤ ਜੀ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਤੇ ਸ੍ਰੀ ਰਾਗ ਦੇ ਵਿੱਚ ਨਾ ਜੀ ਇੱਕ ਸ਼ਲੋਕ ਹੈ ਕਿ ਬਾਰਕ ਵਾਂਗੂ ਹੋ ਸਭ ਕੁਛ ਮੰਗਾਂ, ਦੇ ਤੋਟ ਨਹੀਂ ਪ੍ਰਭ ਰੰਗਾ। ਤੋ ਸਵਾਲ ਕਰਤਾ ਨੇ ਪਿੱਛੇ ਵੀ ਇਹਦੇ ਜਿਹੜਾ ਸ਼ਬਦ ਆਇਆ ਰੰਗਾਂ, ਇਹਦਾ ਅਰਥ ਕੀ ਹੈ? ਤੋ ਮੈਂ ਬੇਨਤੀ ਕਰਦੇ ਹਾਂ ਵੀ ਜਿਹੜਾ ਸ਼ਬਦ ਰੰਗ ਹੈ
ਇਹਦੇ ਮਹਾਨ ਕੋਸ਼ ਵਿੱਚ ਕਈ ਅਰਥ ਦਿੱਤੇ ਨੇ, 13 ਅਰਥ ਦਿੱਤੇ ਨੇ। ਜਿਵੇਂ ਰੰਗ ਦਾ ਮਾਇਨਾ ਖੁਸ਼ੀ ਹੈ, ਰੰਗ ਦਾ ਮਾਇਨਾ ਰੰਗਸ਼ਾਲਾ, ਜਿੱਥੇ ਜਿਵੇਂ ਆਪਾਂ ਥੀਏਟਰ ਵਗੈਰਾ ਕਹਿੰਦੇ ਹਾਂ। ਰੰਗ ਦਾ ਮਾਇਨਾ ਪ੍ਰੇਮ ਵੀ ਹੈ, ਸ਼ੋਭਾ ਵੀ ਹੈ, ਰੰਗ ਮਾਇਨੇ ਅਰੋਗਤਾ ਵੀ ਹੈ, ਰੰਗ ਦਾ ਮਾਇਨਾ ਧਨ ਸੰਪਦਾ ਹੈ, ਧਨ ਲਾਭ ਲਈ ਵੀ ਹੁੰਦਾ, ਰੰਗ ਲਾਭ ਲਈ ਵੀ ਵਰਤਿਆ ਜਾਂਦਾ ਹੈ। ਔਰ ਇੱਕ ਅਰਥ ਜਿਹੜਾ ਰੰਗ ਦਾ ਹੈ, ਜਿਹੜਾ ਇੱਥੇ ਮੇਲ ਖਾਂਦਾ ਹੈ, ਉਹ ਹੈਗਾ ਲੀਲਾ। ਤੋ ਇਸ ਸ਼ਬਦ ਦੇ ਅਰਥ ਬਣ ਗਏ ਕਿ ਬਾਰਕ ਵਾਂਗੂ ਹੁਣ ਸਭ ਕੁਝ ਮੰਗਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ, ਮੈਂ ਇੱਕ ਬਾਲਕ ਦੀ ਤਰ੍ਹਾਂ, ਇੱਕ ਬੱਚੇ ਦੀ ਤਰ੍ਹਾਂ ਤੇਰੇ ਕੋਲ ਸਭ ਕੁਝ ਮੰਗਦਾ, ਕਿਉਂਕਿ ਵਾਹਿਗੁਰੂ ਸਾਡਾ ਪਿਤਾ ਨਹੀਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨਹੀਂ ਥਾਈ, ਤਾਂ ਭਉ ਕਿਹਾ ਕਾਲਾ ਜੀ। ਜਿਸ ਨੂੰ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਤੇ ਸਾਨੂੰ ਇੱਕ ਬਿਲਕੁਲ ਤਸੱਲੀ ਹੁੰਦੀ ਹੈ ਕਿ ਵਾਹਿਗੁਰੂ ਸਾਡੇ ਸਿਰ ਤੇ ਖੜੇ ਨੇ ਔਰ ਹਰ ਵੇਲੇ ਖੜੇ ਨੇ, ਤੇ ਸਾਡੀ ਹਰ ਜਿਹੜੀ ਔਕੜ ਹੈ ਜਾਂ ਸਾਡੀ ਹਰ ਜਿਹੜੀ ਡਿਮਾਂਡ ਹੈ, ਉਹਦੇ ਲਈ ਵਾਹਿਗੁਰੂ ਜੀ ਆਪ ਹੀ ਪੂਰੀ ਕਰਦੇ ਨੇ। ਜੇ ਅਸੀਂ ਨਾ ਮੰਗੀਏ ਤਾਂ ਵੀ ਕਰਨਗੇ, ਮੰਗੀਏ ਤਾਂ ਵੀ ਕਰਨਗੇ। ਪਰ ਇੱਕ ਗੱਲ ਇੱਥੇ ਜਿਹੜੀ ਬਾਬਾ ਨਾਨਕ ਜੀ ਨੇ ਕਹੀ ਹੈ ਕਿ ਬਾਰਕ ਵਾਂਗੂ, ਜਿਸ ਨੇ ਬੱਚਾ ਮੰਗਦਾ ਨਾ ਸੰਗਤ ਜੀ, ਬੱਚੇ ਤੇ ਵੱਡੇ ਦੇ ਮੰਗਣ 'ਚ ਫਰਕ ਹੁੰਦਾ। ਵੱਡੇ ਦੀ ਮੰਗ ਜਿਹੜੀ ਹੈ ਉਹ ਸਹੀ ਵੀ ਹੋ ਸਕਦੀ ਹੈ, ਉਹਦੇ 'ਚ ਕੋਈ ਖੋਟ ਵੀ ਹੋ ਸਕਦਾ ਹੈ, ਉਹ 'ਚ ਕੋਈ ਚਲਾਕੀ ਵੀ ਹੋ ਸਕਦੀ ਹੈ, ਪਰੰਤੂ ਜਿਹੜਾ ਬਾਲਕ ਹੈ ਨਾ ਜੀ, ਤਦੇ ਕਹਿੰਦੇ ਬਾਲਕ ਰੱਬ ਰੂਪ ਹੈ। ਬਾਲਕ ਦੀ ਜਿਹੜੀ ਮੰਗ ਹੈ ਉਹ ਬਿਲਕੁਲ ਕਲੀਅਰ, ਸਪਸ਼ਟ ਹੁੰਦੀ ਹੈ। ਜੋ ਉਹਦੇ ਮਨ 'ਚ ਉਹਨੇ ਕਹਿਣਾ ਮੈਨੂੰ ਚਾਹੀਦਾ। ਅੱਗੋਂ ਮਾਤਾ ਪਿਤਾ ਨੇ ਦੇਖਣਾ ਵੀ ਕਿਹੜੀ ਚੀਜ਼ ਉਹਨੂੰ ਦੇਣੀ ਹੈ, ਨਹੀਂ ਦੇਣੀ। ਇਸ ਤਰ੍ਹਾਂ ਵਾਹਿਗੁਰੂ ਸਾਡਾ ਮਾਤਾ ਪਿਤਾ ਹੈ, ਉਹ ਦੇਖੇਗਾ ਵੀ ਕਿਹੜੀ ਚੀਜ਼ ਦੇਣੀ ਹੈ ਕਿ ਨਹੀਂ। ਪਰੰਤੂ ਇੱਕ ਗੱਲ ਇੱਥੋਂ ਬੜੀ ਸਪਸ਼ਟ ਹੈ ਕਿ ਬਾਰਕ ਵਾਂਗੂ ਉਹ ਸਭ ਕੁਝ ਮੰਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਤਰੀਕਾ ਦੱਸਿਆ, ਭਲਿਓ ਜੇ ਮੰਗਣਾ ਨਾ ਤੇ ਫਿਰ ਬਾਲਕ ਦੀ ਤਰ੍ਹਾਂ। ਹੁਣ ਪੁੱਛੋ ਜੀ ਬਾਲਕ ਦੀ ਤਰ੍ਹਾਂ ਕਿਵੇਂ ਹੈ? ਕਿਉਂਕਿ ਬਾਲਕ ਆਪਣੇ ਮਾਤਾ ਪਿਤਾ ਨੂੰ ਟੋਟਲੀ ਸਮਰਪਿਤ ਹੁੰਦਾ, ਉਹਨੂੰ ਕੋਈ ਸ਼ੱਕ ਨਹੀਂ ਹੁੰਦਾ ਕਿ ਮੇਰਾ ਕੰਮ ਕਰਨਗੇ ਨਹੀਂ ਕਰਨਗੇ, ਉਹਨੇ ਮੰਗਣਾ, ਪਰ ਮਾਤਾ ਪਿਤਾ ਕਰਦੇ ਵੀ ਨੇ, ਕਿਉਂਕਿ ਬਾਲਕ ਦੇ ਮਨ ਵਿੱਚ ਟੋਟਲ ਸਮਰਪਣ ਹੈ। ਤੋ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹ ਅਗਵਾਈ ਕਰਦੇ ਨੇ ਕਿ ਭਲਿਓ ਤੁਸੀਂ ਮੰਗੋ ਰੱਬ ਕੋਲੋਂ, ਪਰੰਤੂ ਬਾਲਕ ਦੀ ਤਰ੍ਹਾਂ, ਕਿਉਂਕਿ ਸਿਆਣਪ ਤੇ ਕੰਮ ਨਹੀਂ ਆਉਂਦੀ, ਜਿਹੜੀਆਂ ਚਤੁਰਾਈ ਸਿਆਣਪਾਂ ਕਿਤੇ ਕੰਮ ਨਹੀਂ। ਇਸ ਕਰਕੇ ਬਾਲਕ ਵਾਂਗੂ ਸਭ ਕੁਝ ਮੰਗਾ, ਦੇ ਦੇ ਤੋਟ ਨਹੀਂ ਪ੍ਰਭ ਰੰਗਾ। ਉਹ ਦਿੰਦਾ ਹੈ, ਕਿਉਂ? ਕਿਉਂਕਿ ਉਹਦੇ ਘਰ 'ਚ ਕੋਈ ਤੋਟ ਨਹੀਂ ਹੈ। ਵਾਹਿਗੁਰੂ ਦੇ ਜਿਹੜੇ ਭੰਡਾਰੇ ਨੇ ਉਹ ਖੁੱਟ ਨੇ। ਦੇਖੋ ਜਦ ਦੀ ਕਾਇਨਾਤ ਚੱਲੀ ਹੈ, ਵਾਹਿਗੁਰੂ ਸਾਨੂੰ ਸਭ ਕੁਝ ਦੇ ਰਿਹਾ। ਕਾਇਨਾਤ ਦੀ ਗੱਲ ਛੱਡੀ, ਆਪਣੀ ਗੱਲ ਨਹੀਂ ਹੈ। ਜਦ ਅਸੀਂ ਜਨਮ ਲਿਆ ਸਾਨੂੰ ਸਭ ਕੁਝ ਵਾਹਿਗੁਰੂ ਦੇ ਰਿਹਾ। ਤੋ ਵਾਹਿਗੁਰੂ ਨੇ ਸਭ ਕੁਝ ਦੇਣਾ ਹੈ, ਦੇਂਦੇ ਤੋਟ ਨਹੀਂ ਪ੍ਰਭ ਰੰਗਾ। ਤੋ ਰੰਗਾ ਜਿਹੜਾ ਹੈ, ਰੰਗ ਦਾ ਬਹੁਵਚਨ ਹੈ ਰੰਗਾ, ਕਿਉਂਕਿ ਰੰਗ ਦਾ ਅਰਥ ਖੇਲ ਹੈ, ਰੰਗ ਦਾ ਅਰਥ ਲੀਲਾ। ਤੋ ਇਹ ਵਾਹਿਗੁਰੂ ਦੀ ਲੀਲਾ ਕਿ ਦੇਂਦੇ ਤੋਟ ਨਹੀਂ ਪ੍ਰਭ ਰੰਗਾ। ਵਾਹਿਗੁਰੂ ਦੀ ਲੀਲਾ ਹੈ ਤੇ ਉਹ ਸਭ ਨੂੰ ਦੇ ਜਾਂਦਾ ਹੈ, ਤੇ ਕਦੀ ਵੀ ਉਹਦੇ ਜਿਹੜੇ ਭੰਡਾਰ ਨੇ ਉਹ ਖਤਮ ਨਹੀਂ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋਏ ਕਾ ਵਾਰ, ਕਰ ਕਰ ਵੇਖੇ ਸੱਜਣਹਾਰ, ਨਾਨਕ ਨਦਰੀ ਨਦ ਲਿਆ। ਤੋ ਵਾਹਿਗੁਰੂ ਦੇ ਖੁੱਟ ਭੰਡਾਰੇ ਨੇ, ਉਹਦੀ ਚੋਜ ਹੈ, ਉਹਦੇ ਤਮਾਸ਼ੇ ਨੇ, ਉਹਦੀ ਲੀਲਾ ਹੈ ਕਿ ਉਹ ਦੇਈ ਜਾਂਦਾ, ਕਦੀ ਮੁੱਕਦੇ ਨਹੀਂ। ਤੋ ਜਿਨ੍ਹਾਂ ਨੇ ਸਵਾਲ ਕੀਤਾ ਉਹਨਾਂ ਨੂੰ ਫਿਰ ਮੈਂ ਬੇਨਤੀ ਕਰਦੇ ਹਾਂ ਕਿ ਤੁਕਾਂ ਨੇ ਕਿ ਬਾਰਕ ਵਾਂਗੂ ਸਭ ਕੁਝ ਮੰਗਾ, ਦੇ ਦੇ ਤੋਟ ਨਹੀਂ ਪ੍ਰਭ ਰੰਗਾ। ਕਿ ਬਾਲਕ ਦੀ ਤਰ੍ਹਾਂ ਮੰਗੀਏ ਤੇ ਵਾਹਿਗੁਰੂ ਦੀਆਂ ਮਤਲਬ ਲੀਲਾ ਬੇਅੰਤ ਹੈ। ਹਾਂ, ਇਹਦੇ 'ਚ ਇੱਕ ਗੱਲ ਖਿਆਲ ਰੱਖਣੀ, ਲੀਲਾ ਬੇਅੰਤ ਦਾ ਮਤਲਬ ਹੈ ਕਿ ਵਾਹਿਗੁਰੂ ਦੀ ਲੀਲਾ ਬੇਅੰਤ ਹੈ। ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਅਸੀਂ ਮੰਗੀ ਜਾਂਦੇ ਹਾਂ, ਉਹ ਨਹੀਂ ਉਹਨੇ ਦੇਣੀ। ਜਿਹੜੀ ਚੀਜ਼ ਸਾਨੂੰ ਲੋੜ ਹੈ ਉਹ ਵਾਹਿਗੁਰੂ ਨੂੰ ਦੇਣੀ ਹੈ, ਤੇ ਜੇ ਅਸੀਂ ਨਾ ਵੀ ਮੰਗੀਏ ਉਹਨੇ ਤਾਂ ਵੀ ਦੇਣੀ। ਵਾਹਿਗੁਰੂ ਐਡਾ ਦਾਤਾਰ। ਤੋ ਰੰਗਾਂ ਦਾ ਮਤਲਬ ਇੱਥੇ ਜਿਹੜਾ ਹੈ, ਕਿਉਂਕਿ ਸਵਾਲ ਸੀਗਾ ਰੰਗਾਂ ਦਾ ਅਰਥ ਕੀ, ਤੋ ਇਹਦਾ ਉਚਾਰਨ ਰੰਗਾਂ ਹੈ, ਨਾਸਕੀ ਹੈ, ਤੇ ਅਰਥ ਹੈ ਖੇਲ ਤਮਾਸ਼ੇ, ਵਾਹਿਗੁਰੂ ਦੀ ਚੋਜ। ਤੋ ਸੰਗਤ ਜੀ ਇਹ ਉੱਤਰ ਦੇਣਾ ਸੀ ਜਗੀਰ ਸਿੰਘ ਜੀ ਨੇ, ਉਹ ਅੱਜ ਆ ਨਹੀਂ ਸਕੇ ਤੇ ਮੈਂ ਉਹਨਾਂ ਦੀ ਥਾਂ ਤੇ ਥੋੜੀ ਗੁਸਤਾਖੀ ਕੀਤੀ ਹੈ ਜੀ। ਤੋ ਆਓ ਆਪਾਂ ਅਗਲਾ ਸਵਾਲ ਜਿਹੜਾ ਲੈਣੇ। ਸੰਗਤ ਜੀ ਤੁਹਾਨੂੰ ਯਾਦ ਹੋਣਾ ਕਿ 2 ਹਫ਼ਤੇ ਪਹਿਲੇ ਇੱਕ ਸਵਾਲ ਆਇਆ ਸੀ ਸਾਨੂੰ ਕਿ ਆਪ ਬਗਦਾਦ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਤਲਬ ਵੀ ਕੜਾਹ ਪ੍ਰਸ਼ਾਦ ਮੰਗਾ ਕੇ ਤੇ ਦਿੱਤਾ, ਪਹਿਲੀ ਵਾਰੀ ਸ਼ੁਰੂ ਕੀਤਾ। ਇਹਦਾ ਅਰਥ ਬੜਾ ਡਿਟੇਲ ਦਿੱਤਾ ਗਿਆ ਸੀ, ਪਰ ਉਸੇ ਸਵਾਲ ਤੋਂ ਬਾਅਦ ਸਵਾਲ ਆਇਆ ਵੀ ਚਲੋ ਇਹ ਦੱਸ ਦਿਓ ਵੀ ਕੜਾਹ ਪ੍ਰਸ਼ਾਦ ਦੀ ਪ੍ਰਥਾ ਸ਼ੁਰੂ ਕਦੋਂ ਹੋਈ। ਤੇ ਮੈਂ ਬੇਨਤੀ ਕਰ ਰਿਹਾ ਸਤ ਜਿੰਦਰ ਸਿੰਘ ਜੀ ਨੂੰ ਔਰ ਦੱਸਣ ਵੀ ਕੜਾਹ ਪ੍ਰਸ਼ਾਦ ਦੀ ਪ੍ਰਥਾ ਜਿਹੜੀ ਹੈ ਸ਼ੁਰੂ ਕਦੋਂ ਹੋਈ। ਸਤ ਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਜਿਵੇਂ ਵੀ ਰਾਜਾ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ ਹੈ
ਕਿ 2 ਕੁ ਹਫ਼ਤੇ ਪਹਿਲਾਂ ਵੀ ਸਵਾਲ ਜਵਾਬ ਦੇ ਵਿੱਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਗਦਾਦ ਵਿੱਚ ਜਾ ਕੇ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਧੁਰੋ ਬਤਾਲੋਂ ਕੜਾਈ ਲੈ ਕੇ ਤੇ ਕੜਾਹ ਪ੍ਰਸ਼ਾਦ ਬਣਾਇਆ ਸੀਗਾ, ਉਹ ਨਿਰਮੂਲ ਹੈ। ਔਰ ਗੁਰੂ ਨਾਨਕ ਪਾਤਸ਼ਾਹ ਉੱਥੇ ਜਿਹੜੇ ਉੱਥੇ ਦੇ ਮੁਲਤਾਨ ਦੇ ਪੀਰ ਸਨ ਔਰ ਬਗਦਾਦ ਦੇ ਪੀਰ ਸਨ, ਉਹਨਾਂ ਨਾਲ ਡਿਸਕਸ਼ਨ ਕਰਨ ਵਾਸਤੇ ਉੱਥੇ ਗਏ ਸਨ। ਤੇ ਉਹਨਾਂ ਨੇ ਉੱਥੇ ਉਹਨਾਂ ਨੂੰ ਇਹ ਸਮਝਾਇਆ ਸੀਗਾ ਕਿ ਪਤਾਲ ਔਰ ਆਕਾਸ਼ ਦੀ ਕੋਈ ਗਿਣਤੀ ਨਹੀਂ ਹੋ ਸਕਦੀ ਹੈ। ਤੋ ਇਹ ਸਵਾਲ ਉਹਨਾਂ ਨੂੰ ਕੀਤਾ ਗਿਆ ਸੀ, ਉਹ ਜਵਾਬ ਉਹਨਾਂ ਨੇ ਦਿੱਤਾ ਸੀਗਾ। ਤੇ ਉਹ ਸਵਾਲ ਦੇ ਜਵਾਬ ਵਿੱਚ ਫਿਰ ਇੱਕ ਸਵਾਲ ਆਇਆ ਕਿ ਕੜਾਹ ਪ੍ਰਸ਼ਾਦ ਦੀ ਜਿਹੜੀ ਹੈ ਉਹ ਸ਼ੁਰੂਆਤ ਕਦੋਂ ਹੋਈ ਹੈ। ਤੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਸਮੁੱਚੇ ਸਿੱਖ ਧਰਮ ਵਿੱਚ ਕੜਾਹ ਪ੍ਰਸ਼ਾਦ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਥੱਲੇ ਫਰਸ਼ ਤੇ ਬੈਠੇ ਸਾਰੇ ਮਨੁੱਖਾਂ ਨੂੰ ਸੰਗਤ ਵਿੱਚ ਕੜਾਹ ਪ੍ਰਸ਼ਾਦ ਛਕਾ ਕੇ ਜਾਤ ਮਾਨ ਅਤੇ ਛੂਤ ਦਾ ਰੋਗ ਮਿਟਾ ਦਿੱਤਾ। ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਦਾ ਨਾਮ ਪੰਚਾਮ੍ਰਿਤ ਲਿਖਿਆ ਹੈ। ਖਾਂਡ ਕ੍ਰੇਤ ਚੂर्ण ਜਲ ਪਾਵਕ ਇਕਤ ਪਏ, ਪੰਚ ਮਿਲ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ। ਭਾਈ ਕਾਨ ਸਿੰਘ ਨਾਭਾ ਜੀ ਅਨੁਸਾਰ ਸਿੱਖ ਮਤ ਦਾ ਮੁੱਖ ਪ੍ਰਸ਼ਾਦ ਜੋ ਅਕਾਲ ਪੁਰਖ ਨੂੰ ਅਰਪਣ ਕਰਕੇ ਸੰਗਤ ਵਿੱਚ ਵਰਤਾਈਦਾ ਹੈ, ਇਸ ਦਾ ਨਾਮ ਹੀ ਪੰਚਾਮ੍ਰਿਤ ਹੈ। ਇਸ ਦਾ ਵਿਸ਼ੇਸ਼ਣ ਮਹਾਪ੍ਰਸ਼ਾਦ ਵੀ ਕਿਹਾ ਜਾਂਦਾ ਹੈ। ਆਨ ਮਹਾਪ੍ਰਸ਼ਾਦ ਵੰਡ ਖਵਾਇਆ। ਵਾਰ ਪਹਿਲੀ ਪੌੜੀ 10ਵੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੀਵਾਨ ਦੀ ਸਮਾਪਤੀ ਮਗਰੋਂ ਕੜਾਹ ਪ੍ਰਸ਼ਾਦ ਵਰਤਾਉਣ ਦੀ ਮਰਿਆਦਾ ਬਣਾ ਦਿੱਤੀ ਹੈ। ਇਹ ਮੈਂ ਆਪ ਜੀ ਨੂੰ ਉੱਪਰ ਦੱਸਿਆ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਵੀ ਲਿਖਿਆ ਹੈ ਕਿ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਾਨ ਦੇਣ ਹੈ। ਮੈਂ ਇੱਥੇ ਇਹ ਵੀ ਐਡ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਾਂ ਇੱਕ ਵਾਰੀ ਇਹ ਹੁਕਮ ਕੀਤਾ ਸੀ ਕਿ ਜਦੋਂ ਕੋਈ ਪ੍ਰਾਣੀ ਸਰੀਰ ਤਿਆਗ ਜਾਂਦਾ ਹੈ ਤਾਂ ਉਸਦੇ ਸੰਸਕਾਰ ਕਰਨ ਤੋਂ ਮੁੜ ਕੇ ਵਾਪਸੀ ਤੇ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਜਾਂਦਾ ਹੈ ਤਾਂ ਉੱਥੇ ਕੜਾਹ ਪ੍ਰਸ਼ਾਦ ਵੀ ਵਰਤਾ ਦੇਣਾ ਚਾਹੀਦਾ ਹੈ। ਤੋ ਆਪ ਜੀ ਨੂੰ ਇਹ ਸਪਸ਼ਟ ਹੋ ਗਿਆ ਹੋਵੇਗਾ ਕਿ ਭਾਵੇਂ ਕੋਈ ਐਗਜ਼ੈਕਟ ਡੇਟ ਸਾਡੇ ਕੋਲ ਇਤਿਹਾਸਕ ਸਰੋਤਾਂ ਵਿੱਚ ਨਹੀਂ ਮਿਲਦੀ ਕਿ ਕਦੋਂ ਕਿਸ ਵਕਤ ਉਹਨਾਂ ਨੇ ਉਦਾਸੀਆਂ ਤੋਂ ਪਹਿਲਾਂ, ਉਦਾਸੀਆਂ ਦੇ ਦੌਰਾਨ ਜਾਂ ਉਦਾਸੀਆਂ ਤੋਂ ਬਾਅਦ ਕਿਸ ਵੇਲੇ ਇਹ ਰਸਮ ਜਿਹੜੀ ਹੈ ਉਹਨਾਂ ਨੇ ਸ਼ੁਰੂਆਤ ਕੀਤੀ। ਪਰ ਇਹੋ ਪ੍ਰਤੀਤ ਹੁੰਦਾ ਹੈ ਕਿ ਜਦੋਂ ਕਰਤਾਰਪੁਰ ਸਾਹਿਬ ਦੇ ਵਿੱਚ ਮੰਜੀ ਬੈਠ ਕੇ ਆ ਵਰਤਾਰਾ, ਜਦੋਂ ਉਹਨਾਂ ਨੇ ਉਦਾਸੀ ਦਾ ਭੇਖ ਉਤਾਰਿਆ ਤੇ ਉੱਥੇ ਬੈਠ ਕਰਕੇ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਤਾਂ ਉੱਥੇ ਜੋ ਸੰਗਤ ਹੁੰਦੀ ਸੀ ਉਸ ਸੰਗਤ ਨੂੰ ਫਿਰ ਇਸ ਤਰੀਕੇ ਨਾਲ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਸੀਗਾ। ਇਤਿਹਾਸ ਵੀ ਕਈ ਭੁਲੇਖੇ ਪਾਏ ਹਨ ਕਿ ਕਈ ਵਾਰੀ ਕਈ ਕਹਿੰਦੇ ਨੇ ਜੋਗੀਆਂ ਨੇ ਕਿਹਾ ਸਾਨੂੰ ਭੁੱਖ ਲੱਗੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਕਿਹਾ ਤੇ ਕੜਾਹ ਪ੍ਰਸ਼ਾਦ ਬਣਾ। ਤੋ ਇਹ ਸਾਰੀਆਂ ਬਿਨਾਂ ਆਧਾਰ ਦੇ ਨਿਰਾਧਾਰ ਗੱਲਾਂ ਹਨ। ਤੋ ਅਸਲ ਜੋ ਗੱਲ ਹੈ ਉਹ ਸਾਡੇ ਸਾਹਮਣੇ ਭਾਈ ਗੁਰਦਾਸ ਜੀ ਨੇ, ਭਾਈ ਕਾਨ ਸਿੰਘ ਨਾਭਾ ਜੀ ਨੇ ਔਰ ਜਿਹੜੇ ਸਾਡੇ ਕੋਲ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇਸ ਦਾ ਵਰਣਨ ਜਿਹੜਾ ਹੈ ਉਹ ਆ ਗਿਆ ਸਾਡੇ ਸਾਹਮਣੇ। ਤੋ ਸਾਨੂੰ ਇਸ ਗੱਲ ਦਾ ਮੇਰੇ ਖਿਆਲ ਜਵਾਬ ਮਿਲ ਗਿਆ ਹੋਵੇਗਾ। ਤੋ ਵਿਚਾਰ ਕਰਦਾ ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗਦਾ। ਹੋਰ ਵੀ ਕਿਸੇ ਕੋਲ ਇਸ ਬਾਰੇ ਇਨਫੋਰਮੇਸ਼ਨ ਹੋਵੇ ਤਾਂ ਪਲੀਜ਼ ਮੇਰੇ ਨਾਲ ਸਾਂਝੀ ਕਰ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਵੀਰ ਜੀ ਨੇ ਸਵਾਲ ਦਾ ਉੱਤਰ ਦਿੱਤਾ ਹੈ ਕਿ ਕਦੋਂ ਸ਼ੁਰੂ ਹੋਇਆ, ਤੇ ਨਾਲ ਜਿਹੜੀ ਗੱਲ ਵੀਰ ਜੀ ਨੇ ਕਹੀ ਕਿ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਜੋੜੀਆਂ ਜਾਂਦੀਆਂ ਨੇ। ਤੇ ਸੰਗਤ ਜੀ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਕਹਾਣੀਆਂ ਮਗਰ ਨਹੀਂ ਜਾਣਾ, ਕਿਉਂਕਿ ਕਹਾਣੀ ਦਾ ਆਧਾਰ ਜਿਹੜਾ ਉਹ ਮਤਲਬ ਵੈਸੇ ਤੇ ਕਿਸੇ ਨੇ ਕਹਿੰਦੇ ਦਾ ਅਰਥ ਹੀ ਹੈ ਕਿ ਕਹਾ ਤੋਂ ਕਹਾਣੀ ਬਣੀ, ਵੀ ਕਿਹਾ ਜਾਂਦਾ ਹੈ ਜਾਂ ਨਹੀਂ ਕੋਈ ਪਤਾ ਨਹੀਂ। ਕਹਾਣੀ ਕਹਿਣ ਵਾਲਾ ਵੀ ਕਹਿੰਦਾ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਕਿ ਇਹ ਠੀਕ ਹੈ ਨਹੀਂ। ਤੋ ਪਰ ਇੱਕ ਗੱਲ ਜ਼ਰੂਰ ਹੈ ਕਿ ਕਹਾਣੀਆਂ 'ਚ ਕੰਨ ਰਸ ਬੜਾ ਹੁੰਦਾ ਹੈ। ਤੇ ਤੁਸੀਂ ਸੰਗਤ ਜੀ ਦੇਖ ਲਓ, ਮੈਂ ਵੀ ਇਹ ਐਨਾਲਾਈਜ਼ ਕਰਕੇ ਦੇਖਿਆ ਵੀ ਜਿਹੜੇ ਕਥਾਕਾਰ ਕਹਾਣੀਆਂ ਸੁਣਾਉਂਦੇ ਨੇ ਉਹਨਾਂ ਦੀ ਫੋਲੋਇੰਗ, ਉਹਨਾਂ ਦੀ ਵਿਊਅਰਸ ਬੜੇ ਹੁੰਦੇ ਨੇ। ਇਹਦਾ ਮਤਲਬ ਵੀ ਕੰਨ ਰਸ ਦੇ ਸਾਨੂੰ ਮਤਲਬ ਅਸੀਂ ਕੰਨ ਰਸ ਦੇ ਮਤਲਬ ਉਪਾਸ਼ਕ ਹੈਗੇ। ਤੋ ਸਾਨੂੰ ਕੰਨ ਰਸ ਨਹੀਂ ਚਾਹੀਦਾ, ਸਾਨੂੰ ਆਤਮਿਕ ਰਸ ਚਾਹੀਦਾ। ਤਾਂ ਪਰ ਬਹੁਤ ਸਾਰੇ ਕਿਉਂਕਿ ਸਾਡੇ ਆਪਣੇ ਪ੍ਰਚਾਰਕ ਜਿਹੜੇ ਨੇ ਉਹ ਇਹਨਾਂ ਦਾ ਸਹਾਰਾ ਲੈਂਦੇ ਨੇ। ਈਵਨ ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਵੱਡੀਆਂ ਸਟੇਜਾਂ ਨੇ ਉੱਥੋਂ ਵੀ ਮਤਲਬ ਵੀ ਜਿਸ ਵੇਲੇ ਕਥਾ ਕੀਤੀ ਸੁਣਾਈ ਜਾਂਦੀ ਹੈ ਤਾਂ ਉਹਨਾਂ 'ਚ ਬਹੁਤ ਸਾਰੇ ਇਹੋ ਜਿਹੇ ਕਥਾਕਾਰ ਹੁੰਦੇ ਨੇ ਜਿਹੜੇ ਕਹਾਣੀਆਂ ਦਾ ਸਹਾਰਾ ਲੈਂਦੇ ਨੇ। 45 ਮਿੰਟ 'ਚੋਂ 35 ਮਿੰਟ ਤੇ ਕਹਾਣੀਆਂ ਸੁਣਾਉਂਦੇ ਨੇ ਤੇ 5-7 ਮਿੰਟ ਫਿਰ ਸ਼ਬਦ ਦੀਆਂ ਤੁਕਾਂ ਕਰਕੇ ਅੱਗੇ ਚੱਲ ਜਾਂਦੇ ਨੇ। ਤੋ ਇੱਕ ਇਹੋ ਜਿਹਾ ਮਾਹੌਲ ਹੋਣਾ ਚਾਹੀਦਾ ਕਿ ਸਾਨੂੰ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨਾਲ ਜੋੜਿਆ ਜਾਏ, ਉਸ ਦਰਸ਼ਨ ਨਾਲ ਜੋੜਿਆ ਜਾਏ, ਨਾ ਕਿ ਕਹਾਣੀਆਂ ਨਾਲ ਜੋੜਿਆ ਜਾਏ। ਪਰ ਚਲੋ ਅਸੀਂ ਆਪਣਾ ਫੈਸਲਾ ਆਪ ਤੇ ਕਰ ਸਕਦੇ ਹਾਂ ਵੀ ਅਸੀਂ ਕਹਾਣੀਆਂ ਤੇ ਨਿਰਭਰ ਨਾ ਹੋਈਏ ਤੇ ਕਹਾਣੀਆਂ ਦੇ ਅਸੀਂ ਤੇ ਲੱਟੂ ਨਾ ਹੋਈਏ। ਇਹ ਖਿਆਲ ਰੱਖਣ ਦੀ ਲੋੜ ਹੈ। ਤਜਿੰਦਰ ਸਿੰਘ ਜੀ ਦਾ ਧੰਨਵਾਦ ਹੈ। ਤੇ ਅਗਲਾ ਸਵਾਲ ਹੈ ਜੀ ਇੰਦਰਬੀਰ ਸਿੰਘ ਜੀ ਲਈ। ਸਵਾਲ ਬੜਾ ਸੀਰੀਅਸ ਹੈ ਸੰਗਤ ਜੀ।
ਭੈਣ ਜੀ ਨੇ ਇੱਥੋਂ ਨਰਿੰਦਰ ਕੌਰ ਭੈਣ ਜੀ ਨੇ ਸਾਨੂੰ ਸਵਾਲ ਪਾਇਆ ਸੀਗਾ ਸੰਗਤ ਚੋਂ, ਖਿਮਾ ਕਰਨਾ, ਕਿ ਗੁਰਦੁਆਰਾ ਸਾਹਿਬ ਵਿਖੇ ਮੇਅਰ ਆਏ, ਜਿਹੜੇ ਸਿਟੀ ਦੇ ਮੇਅਰ ਚੁਣੇ ਗਏ ਉਹ ਆਏ ਨੇ, ਤੇ ਇਹ ਇੱਕ ਰਿਵਾਜ ਹੈ, ਮਤਲਬ ਵੀ ਮੈਨੂੰ ਤਾਂ ਲੱਗਦਾ ਸੀ ਵੀ ਇੱਥੇ ਵੈਸਟਰਨ ਕੰਟਰੀ 'ਚ ਨਹੀਂ ਹੋਏਗਾ, ਸਾਡੇ ਬੈਕ ਹੋਮ ਤੇ ਬੜਾ ਹੈਗਾ, ਪਰ ਇੱਥੇ ਵੀ ਆਉਣਾ ਸ਼ੁਰੂ ਹੋ ਗਿਆ ਕਿ ਜਿਸ ਵੇਲੇ ਕੋਈ ਨੇਤਾਗਣ ਆ ਜਾਂਦਾ ਨਾ, ਤੇ ਉਸ ਵੇਲੇ ਅਸੀਂ ਸਾਰੀਆਂ ਮਰਿਆਦਾਵਾਂ ਭੁੱਲ ਜਾਂਦੇ, ਤੇ ਸਾਡਾ ਫੋਕਸ ਜਿਹੜਾ ਬਜਾਏ ਗੁਰਬਾਣੀ ਜਾਂ ਅਸੀਂ ਗੁਰਦੁਆਰੇ ਲੈਣ ਕੀ ਆਏ ਹਾਂ, ਅਸੀਂ ਗੁਰਦੁਆਰੇ ਕੋ ਨੇਤਾ ਦੇ ਦਰਸ਼ਨ ਨਹੀਂ ਕਰਨ ਆਏ। ਨੇਤਾ ਤੇ ਬਥੇਰੀ ਥਾਂ ਤੇ ਮਿਲ ਜਾਂਦੇ ਨੇ, ਗੁਰਦੁਆਰੇ ਅਸੀਂ ਗੁਰੂ ਕੀ ਬਾਣੀ ਨਾਲ ਜੁੜਨ ਆਏ ਹਾਂ। ਪਰੰਤੂ ਕੁਝ ਸਿਆਸੀ ਲਵਾ ਕਰਕੇ ਜਾਂ ਸਾਡੀ ਇਗਨੋਰੈਂਸ ਕਰਕੇ ਕੀ ਹੁੰਦਾ ਵੀ ਸਿਆਸੀ ਲੋਕ ਜਿਸ ਵੇਲੇ ਆਉਂਦੇ ਨੇ, ਹਾਂ ਐਸ ਸੰਗਤ ਆਣ ਤੇ ਵੈਲਕਮ, ਕੋਈ ਵੀ ਆ ਸਕਦਾ ਹੈ। ਤੀਜੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਅਕਬਰ ਵੀ ਆਇਆ ਸੀਗਾ, ਤੇ ਉਹਨੂੰ ਵੀ ਮਹਾਰਾਜ ਜੋ ਆਪਣੇ ਸਭ ਪਤਾ ਹੈ ਇਤਿਹਾਸ ਵੀ ਕਿਸ ਤਰ੍ਹਾਂ ਪੰਗਤ 'ਚ ਬੈਠ ਕੇ ਪਹਿਲੇ ਲੰਗਰ ਛਕਣਾ ਸੀ, ਫਿਰ ਉਹਨੂੰ ਇਜਾਜ਼ਤ ਸੀ। ਤਾਂ ਖੈਰ ਅੱਜ ਦੀ ਤਰੀਕ 'ਚ ਕੀ ਹੈ, ਭੈਣ ਜੀ ਦਾ ਜਿਹੜਾ ਸਵਾਲ ਹੈ ਉਹਦੇ ਇਲਾਵਾ, ਕਿ ਜਿਸ ਵੇਲੇ ਮੇਅਰ ਆਇਆ ਉਹਨੇ ਚਲੋ ਆਪਣੀ ਸਪੀਚ ਦਿੱਤੀ, ਜੋ ਉਹਨੇ ਗੱਲਾਂ ਜੋ ਕਹਿਣੀਆਂ ਠੀਕ ਹੈ, ਮੁਬਾਰਕ ਹੈ, ਪਰੰਤੂ ਉਸ ਤੋਂ ਬਾਅਦ ਤਾੜੀਆਂ ਮਾਰੀਆਂ, ਜਦ ਕਿ ਇਹ ਮਤਲਬ ਤਾਲੀ ਮਾਰਨਾ ਜਾਂ ਤਾੜੀ ਜਿਹਨੂੰ ਕਹਿੰਦੇ ਨੇ, ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਲਾਉਡ ਨਹੀਂ ਹੈ। ਤੇ ਦੂਸਰਾ ਪਾਰਟ ਉਹਦਾ ਹੋਰ ਵੀ ਸੀਰੀਅਸ ਹੈ ਵੀ ਕਮੇਟੀ ਮੈਂਬਰ ਜਿਹੜੇ ਨੇ ਉਹਨਾਂ 'ਚੋਂ ਕਾਫੀ ਪਤਿਤ ਨੇ। ਹੁਣ ਸਵਾਲ ਤੇ ਬੜਾ ਮਤਲਬ ਵੀ ਸੀਰੀਅਸ ਹੈ, ਤੇ ਸਾਡੇ ਸਾਹਮਣੇ ਇਹ ਗੱਲਾਂ ਆਉਂਦੀਆਂ ਵੀ, ਪਰ ਕਰਾਂਗੇ ਕੀ। ਚਲੋ ਮੈਂ ਵੀਰ ਇੰਦਰਬੀਰ ਸਿੰਘ ਨੂੰ ਬੇਨਤੀ ਕੀਤੀ ਹੈ ਵੀ ਇਹਦੇ ਬਾਰੇ ਆਪਣਾ ਗੁਰਮਤਿ ਵਿਚਾਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो संगत जी, हुणे आप जी ने वीर राजा सिंह जी पासों अज दे सवाल बारे सरवण किया है। तो ये सवाल दरअसल सवाल नहीं है, सगों एक पंथ दर्दी दे हिरदे विचों उठी पंथ प्यार लई तड़प रूपी एक विचार है, ते इस नूं चर्चा राही उस दा हल लभण लई उन्हां वल्लों ही एक फरियाद मन के असीं ये चल रहे। तो संगत जी, इस विचार चर्चा चों दो नुकते असीं साझे करने हैं जिहड़े उभर के आउंदे ने, जिन्हां बारे चर्चा करनी जरूरी है। पहला कि मेयर दा गुरुद्वारे आना ते उस दे बोलण उपरंत तालियां दा वजना, ते दूसरा नुकता जिहड़ा है वो गुरुद्वारा साहिब दे कुछ प्रबंधकां दा पतित होना, भाव जिन्हां दे केस कट्टे होने। सो क्योंकि ये सवाल चर्चा सिख रहत मर्यादा दे नाल ही संबंधित है, ते सिख रहत मर्यादा दे विच सब तो पहला गुरुद्वारा सिरलेख हेठ विच कुछ नुकते आप जी दे नाल साझे करना चाहांगा, जिन्हां विचों एक नुकता चर्चा गुरुद्वारे अंदर दर्शन लई जाण लई किसी देश मजहब जात वाले नूं मनाही नहीं, पर उस पास सिख धर्म तो विवर्जित तंबाकू आदि कोई भी चीज नहीं होनी चाहिए। अगे जजा पाठ विच लिखिया है, संगत विच बैठण लई भी किसी सिख असिख छूत छात जात पात ऊच नीच का भाव या वितकरा नहीं करना। अगले भाव पहले विच यह भी लिखिया है कि किसी मनुख का सतगुरां दे प्रकाश समय जां संगत विच गदेला आसन कुर्सी चौकी मंजा आदि ला के बैठना या किसी होर वितकरे नाल बैठना मनमत है। तो संगत जी, ये गल्लां जिहड़ियां ने गुरुद्वारे दे सत्कार दे वास्ते कोई भी आ सकता है, और गुरुद्वारे दे जिहड़े मर्यादा है सिद्धांत हैं उन्हां दे बारे सानूं इत्थों सेध मिलदी। दूसरा, गुरुद्वारे दे विच की होना चाहिए है, मर्यादा विच लिखिया है कि गुरुद्वारे विच गुरमत तो विरुद्ध कोई व्याख्यान नहीं हो सकता। अगे किहड़े काम गुरुद्वारे विच होंदे हन उन्हां दा भी जिक्र किया गया है कि श्री गुरु ग्रंथ साहिब जी का प्रकाश, कीर्तन, कथा, व्याख्यान, आनंद साहिब, अरदास, फतेह, सत श्री अकाल, जयकारा ते हुक्म, ये कर्म जिहड़े ने एक गुरुद्वारा साहिब विच हुंदे। सो हुण आम तौर ते संगत जी देखिया जाता है कि एडमिनिस्ट्रेशन खेमा करना, एडमिनिस्ट्रेशन वालों किसी भी इतिहासक दिहाड़े जिवें गुरपुरबां आदि ते विशेष तौर पर, जे उस इलाके विच सिख माइनॉरिटी विच होण,
ਤਾਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਦੇਖਣ ਵਾਸਤੇ ਜਾਂ ਹੋਰ ਸਹੂਲਤਾਂ ਦੀ ਨੂੰ ਵੇਖਣ ਦੇ ਵਾਸਤੇ ਆਮ ਤੌਰ ਤੇ ਹਕੂਮਤ ਵੱਲੋਂ ਆਪਣੇ ਨੁਮਾਇੰਦੇ ਜਿਹੜੇ ਹਨ ਉਹਨਾਂ ਦੀ ਵਿਸ਼ੇਸ਼ ਡਿਊਟੀ ਲਾ ਕੇ ਉੱਥੇ ਭੇਜਿਆ ਜਾਂਦਾ ਹੈ, ਜਾਂ ਸੰਗਤ ਦੀ ਕੋਈ ਸੁਨੇਹਾ ਜਿਹੜਾ ਹੈ ਉਸ ਨੂੰ ਸਰਵਣ ਕਰਨ ਵਾਸਤੇ ਇਹ ਡਿਊਟੀਆਂ ਲਾਈਆਂ ਜਾਂਦੀਆਂ ਨੇ, ਤੇ ਇਹ ਤਕਰੀਬਨ ਡਿਸਟ੍ਰਿਕਟ ਮੈਜਿਸਟ੍ਰੇਟ ਲੈਵਲ ਦੇ ਅਫਸਰ ਜਿਹੜੇ ਨੇ ਉਹਨਾਂ ਨੂੰ ਭੇਜਿਆ ਜਾਂਦਾ ਹੈ। ਸੋ ਹਕੂਮਤ ਵੱਲੋਂ ਇਹ ਕਦਮ ਜਿਹੜੇ ਹਨ ਇਹ ਸੁਭਾਵਿਕ ਹਨ, ਤੇ ਇਹਨਾਂ ਦਾ ਸਾਨੂੰ ਕੋਈ ਚਿੰਤਾ ਨਹੀਂ ਜਾਂ ਕੋਈ ਇਸ ਤੇ ਵਿਚਾਰ ਦੀ ਲੋੜ ਨਹੀਂ, ਕਿਉਂਕਿ ਮਰਿਆਦਾ ਵਿੱਚ ਸਪਸ਼ਟ ਹੈ ਕਿ ਕੋਈ ਵੀ ਗੁਰਦੁਆਰਾ ਸਾਹਿਬ ਵਿੱਚ ਆ ਸਕਦਾ ਹੈ। ਹੁਣ ਇਸ ਨੂੰ ਦੁਖਾਂਤ ਕਹਿ ਸਕਦੇ ਹਾਂ ਕਿ ਗੁਰਦੁਆਰਾ ਸਾਹਿਬਾਨ ਵਿੱਚ ਇਹ ਪੰਥਕ ਮਰਿਆਦਾ ਬਹਾਲ ਕਰਨ ਦੀ ਜ਼ਿੰਮੇਵਾਰੀ, ਜਿਹੜੀ ਮਰਿਆਦਾ ਦੀ ਗੱਲ ਆਪ ਜੀ ਨਾਲ ਸਾਂਝੀ ਕੀਤੀ, ਇਹ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਪ੍ਰਬੰਧਕਾਂ ਨੂੰ ਦਿੱਤੀ ਜਾਂਦੀ ਹੈ ਉਹ ਸਾਰੇ ਹੀ ਨਹੀਂ, ਪਰ ਕੁਝ ਕੁ, ਕਿਉਂਕਿ ਸਾਰਿਆਂ ਨੂੰ ਅਸੀਂ ਨਹੀਂ ਕਹਿਣਾ ਚਾਹੁੰਦੇ, ਕੁਝ ਐਸੇ ਵੀ ਹੁੰਦੇ ਹਨ ਜਿਹੜੇ ਗੁਰੂ ਸਿਧਾਂਤਾਂ ਨੂੰ ਕਦਰ ਕਰਦੇ ਹਨ ਤੇ ਉਹਨਾਂ ਤੇ ਪਹਿਰਾ ਵੀ ਦਿੰਦੇ, ਤੇ ਮੈਜੋਰਟੀ ਵਿੱਚ ਐਸੇ ਹਨ ਜਿਹੜੇ ਸਿਆਸੀ ਪਾਰਟੀਆਂ ਦੇ ਹੱਥ ਠੋਕੇ ਬਣ ਕੇ ਸਿੱਖ ਮਰਿਆਦਾ ਨੂੰ ਹੀ ਖਤਮ ਕਰਨ ਦੇ ਤੁਲੇ ਹੁੰਦੇ ਹਨ ਅਤੇ ਇੱਕ ਦੂਸਰੇ ਤੋਂ ਅੱਗੇ ਵਧਣ ਦੀ ਦੌੜ ਵਿੱਚ ਲੱਗੇ ਰਹਿੰਦੇ ਹਨ। ਐਸੇ ਹੀ ਲੋਕ ਗੁਰਦੁਆਰਾ ਸਾਹਿਬਾਨ ਵਿੱਚ ਉਹਨਾਂ ਸਿਆਸੀ ਆਗੂਆਂ ਨੂੰ ਗੈਰ ਸਿਧਾਂਤਕ ਤੌਰ ਤੇ ਸੱਦਾ ਦੇ ਕੇ ਬੁਲਾਉਂਦੇ ਹਨ। ਗੈਰ ਸਿਧਾਂਤਕ ਇਸ ਕਰਕੇ ਕਿ ਅੱਗੇ ਦੱਸਾਂਗੇ ਆਪ ਜੀਆਂ ਨੂੰ ਕਿਉਂ, ਤੇ ਗੈਰ ਸਿਧਾਂਤਕ ਤੌਰ ਤੇ ਨਿਯੋਤਾ ਦੇ ਕੇ ਸੱਦੇ ਦਿੰਦੇ ਹਨ, ਉਹਨਾਂ ਨੂੰ ਸਟੇਜਾਂ ਤੇ ਬੋਲਣ ਲਈ ਸਮਾਂ ਦਿੰਦੇ ਹਨ, ਤੇ ਕਈ ਵਾਰ ਤਾਂ ਇਹ ਵੀ ਦੇਖਣ ਵਿੱਚ ਮਿਲਦਾ ਹੈ ਕਿ ਕਥਾ ਕੀਰਤਨ ਅਗਰ ਚੱਲ ਰਿਹਾ ਹੁੰਦਾ ਹੈ ਤਾਂ ਉਸ ਨੂੰ ਵੀ ਵਿੱਚੇ ਰੋਕ ਦਿੱਤਾ ਜਾਂਦਾ ਹੈ, ਅਤੇ ਸਵਾਗਤ ਲਈ ਸੰਗਤ ਵਿੱਚ ਹੀ ਐਸੇ ਲੋਕ ਜਿਹੜੇ ਖੜੇ ਹੋ ਜਾਂਦੇ ਹਨ ਇਹ ਦਰਸਾਉਣ ਲਈ ਕਿ ਅਸੀਂ ਉਹਨਾਂ ਦਾ ਸਵਾਗਤ ਕਰਨ ਲਈ, ਉਹਨਾਂ ਦੀ ਖੁਸ਼ਾਮਦ ਕਰਨ ਲਈ ਉੱਥੇ ਖੜੇ ਹੋ ਗਏ। ਤੇ ਕਈ ਥਾਵਾਂ ਤੇ ਸੰਗਤ ਜੀ ਇਹ ਵੀ ਦੇਖਿਆ ਗਿਆ ਹੈ ਕਿ ਜਿਹੜੇ ਪ੍ਰਬੰਧਕ ਨੇ ਉਹ ਕੁਰਸੀ ਦਾ ਹੀ ਪ੍ਰਬੰਧ ਕਰ ਦਿੰਦੇ ਨੇ ਗੁਰੂ ਦਰਬਾਰ ਦੇ ਵਿੱਚ ਹੀ, ਤੇ ਐਸੇ ਲੋਕਾਂ ਨੂੰ ਕੁਰਸੀ, ਸਾਡੇ ਇਲਾਕੇ ਵਿੱਚ ਇਹ ਗੱਲਾਂ ਹੋਈਆਂ ਵੀ ਨੇ, ਕੁਰਸੀ ਤੇ ਉਚੇਚੇ ਤੌਰ ਤੇ ਉਹਨਾਂ ਨੂੰ ਬਿਠਾ ਦਿੱਤਾ ਜਾਂਦਾ ਹੈ। ਸੋ ਇਸ ਨਾਲ ਨਾ ਸਿਰਫ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਦੀ ਹੈ, ਸਗੋਂ ਗੁਰੂ ਸਾਹਿਬ ਦਾ ਸਤਿਕਾਰ ਵੀ ਬਰਕਰਾਰ ਨਹੀਂ ਰਹਿੰਦਾ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬਾਨ ਵਿੱਚ ਕਿਸੇ ਵੀ ਅਵਸਰ, ਭਾਵੇਂ ਗੁਰਪੁਰਬ ਹੋਵੇ ਜਾਂ ਕੋਈ ਹੋਰ ਅਵਸਰ ਹੋਵੇ, ਕਿਸੇ ਵੀ ਵਿਅਕਤੀ ਵਿਸ਼ੇਸ਼, ਆਗੂ, ਮਨਿਸਟਰ ਨੂੰ ਉਚੇਚੇ ਤੌਰ ਤੇ ਸੱਦਾ ਦੇ ਕੇ ਬੁਲਾਉਣਾ ਗੁਰਮਰਿਆਦਾ, ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ। ਹੁਣੇ ਆਪ ਜੀ ਨੇ ਵੀ ਰਾਜਾ ਸਿੰਘ ਜੀ ਪਾਸੋਂ ਵੀ ਸਰਵਣ ਕੀਤਾ ਕਿ ਇਹ ਉਹ ਦਰ ਹੈ, ਇਹ ਉਹ ਦਰਬਾਰ ਹੈ ਜਿੱਥੇ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਜਦ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਆਇਆ ਸੀ ਤਾਂ ਉਸਨੇ ਵੀ ਉੱਥੇ ਜਾ ਕੇ ਗੁਰੂ ਘਰ ਦੀ ਜਿਹੜੀ ਮਰਿਆਦਾ ਸੀ ਉਸ ਸਮੇਂ ਉੱਥੇ ਪਹਿਲਾਂ ਪੰਗਤ ਪਾਛੇ ਸੰਗਤ, ਪਹਿਲਾਂ ਪੰਗਤ ਵਿੱਚ ਬੈਠ ਕੇ ਉਸਨੇ ਵੀ ਲੰਗਰ ਛਕਿਆ ਸੀ, ਬਾਅਦ ਵਿੱਚ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਗੁਰੂ ਦਰਬਾਰ ਦੇ ਵਿੱਚ ਪਹੁੰਚਿਆ ਸੀ। ਸੋ ਸੰਗਤ ਜੀ, ਦੂਸਰੀ ਗੱਲ ਇਹ ਕਿ ਕਿਸੇ ਬੁਲਾਰੇ ਦੇ ਲੈਕਚਰ, ਵਿਖਿਆਨ ਤੋਂ ਬਾਅਦ ਤਾਲੀਆਂ ਵਜਾਣੀਆਂ ਵੀ ਗੁਰਮਤ ਕਰਮ ਨਹੀਂ, ਬਲਕਿ ਇਹ ਇੱਕ ਅਨੁਮਤੀ ਕਰਮ ਹੈ ਕਿ ਗੁਰਦੁਆਰੇ ਵਿੱਚ ਜੇ ਤਾਲੀਆਂ ਵੱਜਦੀਆਂ ਹਨ ਤੇ ਇਸ ਦਾ ਮਤਲਬ ਜਾਂ ਤਾਂ ਉੱਥੋਂ ਦੇ ਬੈਠੇ ਜਿਹੜੀ ਸੰਗਤ ਹੈ ਜਾਂ ਉੱਥੋਂ ਦੇ ਲੋਕ ਨੇ ਉਹਨਾਂ ਨੂੰ ਗੁਰਮਤ ਮਰਿਆਦਾ ਦੀ ਸੋਝ ਹੀ ਨਹੀਂ, ਜਾਂ ਉਹ ਗੁਰਮਤ ਸਿਧਾਂਤਾਂ ਤੋਂ ਜਾਣੂ ਨਹੀਂ ਹਨ, ਕੋਰੇ ਹਨ। ਸੋ ਐਸੇ ਜਿਹੜੀ ਹਰਕਤ ਹੋਈ ਹੈ ਇਸ ਦੀ ਘੋਰ ਨਿੰਦਾ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਹਨਾਂ ਕਰਮਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਿਕਾਰ ਹੈ ਉਹ ਬਰਕਰਾਰ ਨਹੀਂ ਰਹਿੰਦਾ, ਤੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਦੇ ਲਈ ਕੋਈ ਵੀ ਸਿੱਖ ਜਿਹੜਾ ਹੈ ਉਹ ਇਹਨਾਂ ਕਰਮਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਜਿਸ ਦੀ ਨਿਖੇਧੀ ਹੋਣੀ ਚਾਹੀਦੀ। ਸੋ ਸੰਗਤ ਜੀ, ਦੂਸਰਾ ਪੱਖ ਜਿਹੜਾ ਹੈ ਇਹ ਗੁਰਦੁਆਰਾ, ਜਿਸ ਤਰ੍ਹਾਂ ਜਿਹਨਾਂ ਨੇ ਦੱਸਿਆ ਭੈਣ ਜੀ ਨੇ ਕਿ ਗੁਰਦੁਆਰੇ ਦੇ ਕੁਝ ਪ੍ਰਬੰਧਕ ਪਤਤ ਵੀ ਹਨ। ਸੋ ਇਸ ਬਾਰੇ ਹੁਣੇ ਆਪ ਜੀ ਨੇ ਡਾਕਟਰ ਤੇਜਿੰਦਰ ਸਿੰਘ ਜੀ ਪਾਸੋਂ ਗੁਰਦੁਆਰਾ ਐਕਟ ਦੇ ਬਾਰੇ ਗੱਲ ਸਰਵਣ ਕੀਤੀ ਹੈ, ਤਾਂ ਅਸੀਂ ਗੁਰਦੁਆਰਾ ਐਕਟ ਤੋਂ ਸੇਧ ਲੈਂਦੇ ਹਾਂ। ਗੁਰਦੁਆਰਾ ਐਕਟ 1925 ਦੇ ਸੈਕਸ਼ਨ 90 ਵਿੱਚ ਉਹਨਾਂ ਵਿਅਕਤੀਆਂ ਵਾਸਤੇ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਦੇ ਚੋਣ ਵਿੱਚ ਹਿੱਸਾ ਲੈਂਦੇ ਹਨ, ਉਹਨਾਂ ਬਾਰੇ ਕੁਝ ਸਪੈਸ਼ਲ ਹਦਾਇਤ ਲਿਖੀ ਹੋਈ ਹੈ ਕਿ ਕਿਹੜੇ ਲੋਕ ਇਸ ਵਿੱਚ ਹਿੱਸਾ ਲੈ ਸਕਦੇ ਹਨ, ਕਿਹੜੇ ਨਹੀਂ ਲੈ ਸਕਦੇ। ਤੇ ਕੁਝ ਪੁਆਇੰਟਸ ਜਿਹੜੇ 4-5 ਆਪ ਜੀ ਦੇ ਨਾਲ ਸਰਵਣ ਰੱਖਾਂਗਾ। ਸੈਕਸ਼ਨ 90 ਦਾ ਜਿਹੜਾ 6ਵਾਂ ਪੁਆਇੰਟ ਹੈ ਕਿ ਜਿਹੜਾ ਮਨੁੱਖ ਪਤਿਤ ਹੋਵੇ, ਭਾਵ ਤੰਬਾਕੂ ਜਾਂ ਕੁਰੈਤ, ਕੋਈ ਵੀ ਕੁਰੈਤ ਕੇਸ ਜਿਸਨੇ ਕੱਟੇ ਹੋਣ, ਉਹ ਗੁਰਦੁਆਰਾ ਇਲੈਕਸ਼ਨ ਦੇ ਵਿੱਚ ਕਮੇਟੀਆਂ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ। 7ਵਾਂ ਪੁਆਇੰਟ ਹੈ ਜੀ
ਕੇਸਾਧਾਰੀ ਸਿੱਖ ਹੋਵੇ ਪਰ ਅੰਮ੍ਰਿਤ ਨਾ ਛਕਿਆ ਹੋਵੇ, ਅੰਮ੍ਰਿਤਧਾਰੀ ਨਾ ਹੋਵੇ, ਉਹ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਹਿੱਸਾ ਨਹੀਂ ਲੈ ਸਕਦਾ। 9ਵਾਂ ਪੁਆਇੰਟ ਹੈ ਜੀ, ਜੇ ਉਹ ਸ਼ਰਾਬ ਆਦਿਕ ਵਸਤੂਆਂ ਦਾ ਸੇਵਨ ਕਰਦਾ ਹੋਵੇ ਉਹ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਲੜ ਸਕਦਾ। ਤੇ 10ਵਾਂ ਪੁਆਇੰਟ ਹੈ, ਜਿਹੜਾ ਗੁਰਮੁਖੀ ਜਾਣਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਸਕਦਾ ਹੋਵੇ ਤੇ ਗੁਰਮੁਖੀ ਲਿਖ ਸਕਦਾ ਹੋਵੇ, ਉਹ ਬੰਦਾ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵਿੱਚ ਹਿੱਸਾ ਲੈ ਸਕਦਾ ਹੈ। ਸੋ ਇਹ ਕੁਝ ਨੁਕਤੇ ਨੇ ਜਿਨ੍ਹਾਂ ਵਿੱਚ ਇਹ ਹਦਾਇਤ ਦਿੱਤੀ ਗਈ ਹੈ ਕਿ ਕਿਹੜੇ ਨਹੀਂ ਲੈ ਸਕਦੇ ਤੇ ਕਿਹੜੇ ਲੈ ਸਕਦੇ ਹਨ। ਸੋ ਸੰਗਤ ਨੂੰ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਤਾਂ ਕਿ ਐਸੇ ਲੋਕ ਜਿਹੜੇ ਹਨ, ਜਿਹੜੇ ਪਤਿਤ ਹੋਣ, ਕੇਸ ਕੱਟਦੇ ਹੋਣ, ਹੋਰ ਨਸ਼ੇ ਵਰਤਦੇ ਹੋਣ, ਉਹਨਾਂ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਬਣਨ ਦਾ ਕੋਈ ਹੱਕ ਨਹੀਂ ਤੇ ਉਹਨਾਂ ਨੂੰ ਆਣ ਨਹੀਂ ਦੇਣ। ਅਲਬੱਤਾ ਹੁਣ ਕੁਝ ਦੇਖਿਆ ਜਾਏ, ਕੁਝ ਲੋਕਲ ਗੁਰਦੁਆਰੇ ਹੁੰਦੇ ਨੇ ਜਿੱਥੇ ਗੁਰਦੁਆਰਾ ਐਕਟ ਲਾਗੂ ਨਹੀਂ ਹੁੰਦਾ, ਜਿੱਥੇ ਚੋਣ ਨਹੀਂ ਹੁੰਦੀ, ਤੇ ਉੱਥੇ ਸਥਾਨਕ ਤੌਰ ਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਸੰਗਤ ਵੱਲੋਂ ਸਿਲੈਕਸ਼ਨ ਜਾਂ ਇਲੈਕਸ਼ਨ ਕੀਤੀ ਜਾਂਦੀ। ਤਾਂ ਜੇਕਰ ਇਸ ਗੁਰਦੁਆਰੇ ਦੇ ਵਿੱਚ ਜਿੱਥੇ ਸਵਾਲ ਆਇਆ ਹੈ ਐਸੀ ਹਰਕਤ ਹੋਈ ਹੈ ਤਾਂ ਉੱਥੋਂ ਦੀ ਸੁਚੇਤ ਸੰਗਤ ਨੂੰ ਮਿਲ ਕੇ ਉਹਨਾਂ ਪ੍ਰਬੰਧਕਾਂ ਦੇ ਖਿਲਾਫ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਦੀ ਨਿਯੁਕਤੀ ਗੈਰ ਸਿਧਾਂਤਕ ਹੈ, ਜਿਨ੍ਹਾਂ ਨੂੰ ਗੁਰਮਤਿ ਦੀ ਸੋਧ ਹੀ ਨਹੀਂ, ਜੋ ਗੁਰੂ ਮਰਿਆਦਾ ਨੂੰ ਗੁਰਦੁਆਰਾ ਸਾਹਿਬ ਵਿੱਚ ਲਾਗੂ ਨਹੀਂ ਕਰ ਸਕਦੇ, ਤੇ ਉਹਨਾਂ ਨੂੰ ਮਤਾ ਪਾਸ ਕਰਕੇ ਉੱਥੋਂ ਹਟਾ ਦੇਣਾ ਚਾਹੀਦਾ। ਪਰ ਸੰਗਤ ਜੀ, ਆਓ ਅਸਲ ਵਿੱਚ ਲਾਸਟ ਵਿੱਚ ਤੁਹਾਡੇ ਨਾਲ ਜਿਹੜੀ ਵਿਚਾਰ ਸਾਂਝੀ ਕਰਨਾ ਚਾਹਾਂਗਾ ਕਿ ਅਸਲ ਸੱਚਾਈ ਤਾਂ ਇਹ ਹੈ ਕਿ ਜਦ ਤੱਕ ਹਰ ਹਿਰਦੇ ਵਿੱਚ ਗੁਰ ਹੁਕਮ ਨੂੰ ਮੰਨਣ, ਗੁਰ ਸ਼ਬਦ ਨੂੰ ਹਿਰਦੇ ਵਿੱਚ ਵਸਾਉਣ ਦੀ ਭਾਵਨਾ ਨਹੀਂ ਜਗਦੀ, ਜਿਸ ਪ੍ਰਥਾਏ ਗੁਰਬਾਣੀ ਦੇ ਬਚਨ ਹਨ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਵੈ, ਜਿਨ ਸਤਗੁਰ ਕੀ ਆਗੇ ਪਾਵੈ, ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸੋ ਜਦ ਤੱਕ ਗੁਰ ਸ਼ਬਦ ਦੁਆਰਾ ਹਰ ਹਿਰਦੇ ਵਿੱਚ ਸ਼ਬਦ ਰੂਪੀ ਦੀਵਾ ਨਹੀਂ ਜਗਦਾ ਅਤੇ ਗੁਰੂ ਸਾਹਿਬ ਦੇ ਬਾਹਰਮੁਖੀ ਸਤਕਾਰ ਦੇ ਨਾਲ ਨਾਲ ਸੰਪੂਰਨ ਸਤਕਾਰ ਭਾਵ ਗੁਰੂ ਦਾ ਹੁਕਮ ਮੰਨਣ ਦੀ ਭਾਵਨਾ ਨਹੀਂ ਜਾਗਦੀ, ਤਦ ਤੱਕ ਇਹੋ ਜਿਹੇ ਪ੍ਰਬੰਧਕ ਜਾਂ ਇਹੋ ਜਿਹੇ ਕਰਮ ਜਿਹੜੇ ਨੇ ਗੈਰ ਸਿਧਾਂਤਕ ਕਰਮ, ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੁੰਦੇ ਰਹਿਣਗੇ। ਸੋ ਇਹਨਾਂ ਗੱਲਾਂ ਤੋਂ ਨਿਰਾਸ਼ਤਾ ਵੀ ਨਹੀਂ ਹੋਣੀ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਆਸ਼ਾਵਾਦੀ ਬਣਾਇਆ ਹੈ ਤੇ ਗੁਰਬਾਣੀ ਰਾਹੀਂ ਗਿਆਨ ਦਿੱਤਾ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਸੋ ਇਕੱਠੇ ਬੈਠ ਕੇ ਇਹਨਾਂ ਗੱਲਾਂ ਦਾ ਹੱਲ ਨਿਕਲ ਜਾ ਸਕਦਾ ਹੈ ਤੇ ਐਸੇ ਲੋਕਾਂ ਤੋਂ ਜਿਹੜੀ ਮੁਕਤੀ ਹਾਸਲ ਹੋ ਸਕਦੀ ਹੈ। ਸੋ ਆਸ ਹੈ ਜਿਸ ਭੈਣ ਜੀ ਨੇ ਸਵਾਲ ਕੀਤਾ ਹੈ, ਵਿਚਾਰ ਦੱਸੀ ਹੈ, ਉਹਨਾਂ ਨੂੰ ਜ਼ਰੂਰ ਜਵਾਬ ਮਿਲਿਆ ਹੋਵੇਗਾ। ਫਿਰ ਵੀ ਕੋਈ ਮੁਕੰਮਲ ਨਹੀਂ ਹੁੰਦਾ, ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ, ਤਰੁੱਟੀਆਂ ਰਹੀਆਂ ਹੋਣਗੀਆਂ। ਜੇ ਆਪ ਜੀ ਹੋਰ ਸੇਧਾਂ ਦਿਓ ਤੇ ਹੋਰ ਵੀ ਚੰਗਾ ਹੋਏਗਾ ਜੀ। ਤੋ ਭੁੱਲਾਂ ਬਖਸ਼ੋ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਿੰਦਰਬੀਰ ਸਿੰਘ ਜੀ ਨੇ ਬੜੇ ਹੀ ਵਿਸਥਾਰ ਸਾਹਿਬ ਇਹ ਜੋ ਬੜਾ ਹਾਰਟ ਟੱਚਿੰਗ ਮਸਲਾ ਸੀਗਾ, ਕਿਉਂਕਿ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ, ਵੀਰ ਜੀ ਨੇ ਦੱਸਿਆ, ਭੈਣ ਜੀ ਨੇ ਤਾਂ ਹੀ ਲਿਖਿਆ ਕਿ ਉਹਨਾਂ ਦਾ ਮਨ ਤੇ ਗਹਿਰੀ ਸੱਟ ਲੱਗੀ ਵੀ ਦਰਬਾਰ ਸਾਹਿਬ ਦੇ ਸਾਹਮਣੇ ਕੀ ਹੋ ਰਿਹਾ। ਤਾਂ ਖੈਰ ਗੱਲ ਤੇ ਇਹ ਹੈ ਕਿ ਕੋਈ ਵੀ ਆਵੇ, ਨਿਚੋੜ ਇਸੇ ਗੱਲ ਦਾ, ਸੰਗਤ 'ਚ ਕੋਈ ਵੀ ਆ ਸਕਦਾ ਪਰ ਉਲੰਘਣਾ ਕੋਈ ਨਹੀਂ ਕਰ ਸਕਦਾ। ਜੇ ਮਰਿਆਦਾ ਦੀ ਉਲੰਘਣਾ, ਉਹ ਚਾਹੇ ਪ੍ਰਬੰਧਕ ਹੈ ਤੇ ਚਾਹੇ ਕੋਈ ਸਿਆਸੀ ਨੇਤਾ ਜਾਂ ਕੋਈ ਹੈ, ਕਿਸੇ ਲਈ, ਕਿਉਂਕਿ ਸੰਗਤ ਵਿੱਚ ਸਾਰੇ ਬਰਾਬਰ, ਉੱਥੇ ਕੋਈ ਨੇਤਾ ਨਹੀਂ ਹੈ, ਕੋਈ ਪ੍ਰਬੰਧਕ ਨਹੀਂ ਹੈ। ਪ੍ਰਬੰਧਕ ਸਿਰਫ ਪ੍ਰਬੰਧ ਚਲਾਉਣ ਲਈ, ਤੇ ਨੇਤਾਗਿਰੀ ਜਿਹੜੇ ਨੇ ਉਹ ਮਤਲਬ ਆਪਣਾ ਨੇਤਾਗਿਰੀ ਕਰਨ, ਪਰੰਤੂ ਜਿਸ ਵੇਲੇ ਦਾ ਮੂਮੈਂਟ ਗੁਰਦੁਆਰਾ ਸਾਹਿਬ ਆਉਂਦੇ ਨੇ ਉਸ ਵੇਲੇ ਸੰਗਤ ਦਾ ਰੂਪ ਹੋ ਜਾਂਦਾ। ਤੇ ਇਸ ਕਰਕੇ ਸੰਗਤ ਵਿੱਚ ਇਹ ਸੰਗਤ ਦੀ ਫਰਜ਼ ਬਣਦਾ ਹੈ ਕਿ ਸੰਗਤ ਜਾਗਰੂਕ ਰਵੇ। ਜਿੱਥੇ ਇਹੋ ਜਿਹੀਆਂ ਹਰਕਤਾਂ ਹੁੰਦੀਆਂ ਨੇ ਉੱਥੇ ਬਿਲਕੁਲ ਜਿਵੇਂ ਵੀਰ ਜੀ ਨੇ ਕਿਹਾ, ਬਿਲਕੁਲ ਸਖਤੀ ਦੇ ਨਾਲ ਸੰਗਤ ਨੂੰ ਪ੍ਰਬੰਧਕਾਂ ਦੇ ਨੋਟਿਸ ਵਿੱਚ ਲਿਆਉਣਾ ਚਾਹੀਦਾ। ਨੋਟਿਸ ਕੀ ਲਿਆਉਣਾ, ਦੇ ਨੋਟਿਸ ਤੇ ਆਈ ਹੈ ਉਹਨਾਂ ਨੂੰ। ਬਿਲਕੁਲ ਮੈਂ ਤੇ ਬੇਨਤੀ ਕਰਾਂਗਾ ਵੀ ਸੰਗਤ ਨੇ ਇਕੱਠੇ ਹੋ ਕੇ ਪ੍ਰਬੰਧਕਾਂ ਨੂੰ ਤਾੜਨਾ ਹੀ ਕਰਨੀ ਚਾਹੀਦੀ ਹੈ। ਤੇ ਕੋਸ਼ਿਸ਼ ਤੇ ਇਹ ਹੀ ਹੈ, ਹੋਣੀ ਚਾਹੀਦੀ ਹੈ ਵੀ ਪ੍ਰਬੰਧਕ ਜਿਹੜੇ ਨੇ ਤਿਆਰ ਹੋਣ। ਪਰੰਤੂ ਅੱਜ ਮੈਂ ਦੇਖਦਾ ਕਿ ਬਹੁਤ ਸਾਰੇ ਗੁਰਦੁਆਰਿਆਂ 'ਚ ਤਿਆਰ ਹੋਣਾ ਕੀ ਹੈ, ਜਿਵੇਂ ਭੈਣ ਜੀ ਨੇ ਲਿਖਿਆ, ਪਤਤ ਜਿਹੜੇ ਨੇ ਉਹ ਵੀ ਮੈਂਬਰ ਬਣੇ ਨੇ। ਮੈਨੂੰ ਕਾਫੀ ਪੁਰਾਣੀ ਯਾਦ ਹੈ, ਜਲੰਧਰ ਇੱਕ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧ ਅੱਛਾ ਚੱਲਦਾ ਸੀ। ਮੈਂ ਪ੍ਰਧਾਨ ਸਾਹਿਬ ਨੂੰ ਉੱਥੇ ਬੇਨਤੀ ਕੀਤੀ ਤੇ ਖਿਮਾ ਕਰਨਾ ਵਿਚਾਰ ਵਿੱਚ ਮੈਂ ਬੇਨਤੀ ਕੀਤੀ ਬਈ ਹਰ ਪ੍ਰਬੰਧਕ ਜਿਹੜਾ ਹੈ ਉਹ ਘੱਟੋ ਘੱਟ ਤਿਆਰ ਹੋਵੇ, ਤਾਂ ਜੇ ਕੁਛ ਭਾਵੇਂ ਕਈ ਕਹਿੰਦੇ ਨੇ ਅੰਦਰ ਦੀ ਰਹਿਤ, ਜੇ ਬਾਹਰ ਦੀ ਰਹਿ ਸਕਦਾ ਤਾਂ ਅੰਦਰ ਦੀ ਕਿੱਥੋਂ ਹੋਏਗੀ। ਤਾਂ ਤਿਆਰ ਹੋਣਾ ਚਾਹੀਦਾ। ਤੇ ਮੈਨੂੰ ਬਾਅਦ ਵਿੱਚ ਪ੍ਰਧਾਨ ਸਾਹਿਬ ਕਹਿੰਦੇ ਨੇ ਸਾਨੂੰ ਤੇ ਇੱਕ ਬੰਦਾ ਵੀ ਨਹੀਂ ਲੱਭਦਾ ਪਿਆ ਇਸ ਆਪਣੇ ਇਲਾਕੇ 'ਚ ਜਿਹੜਾ ਅੰਮ੍ਰਿਤਧਾਰੀ ਹੋਵੇ ਤੇ ਅਸੀਂ ਉਹਨੂੰ ਬਣਾਈਏ ਮੈਂਬਰ। ਇਹ ਮਤਲਬ ਜਿਹੜੀ ਗੱਲ ਹੈਗੀ ਹੈ
ਇਹ ਕਿੰਨੀ ਮਤਲਬ ਦੁਖਦਾਈ ਗੱਲ ਹੈ ਵੀ ਆਇਆ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ। ਮੈਂ ਪੰਜਾਬ ਦੀ ਧਰਤੀ ਦੀ ਗੱਲ ਕਰ ਰਿਹਾ ਕਿ ਉਸ ਧਰਤੀ ਤੇ ਜਿੱਥੇ ਗੁਰੂ ਸਾਹਿਬਾਨ ਨੇ ਇੰਨਾ ਕੁਛ ਮਤਲਬ ਵੀ ਸਭ ਕੁਝ ਕੀਤਾ ਮਨੁੱਖਤਾ ਲਈ, ਅੱਜ ਉਹਨਾਂ ਦੇ ਪੈਰੋਕਾਰਾਂ 'ਚ ਕਿਹਾ ਇਹ ਖੰਡੇ ਬਾਟੇ ਦੀ ਪੌਲ ਛਕਣ ਲੱਭਣੇ ਜਿਹੜੇ ਨੇ ਔਖੇ ਹੋ ਗਏ। ਇਹ ਸਮੇਂ ਦੀ ਨਾਲ ਸਾਨੂੰ ਸੋਚਣਾ ਚਾਹੀਦਾ ਹੈ, ਸਾਡੀ ਬੜੀ ਵੱਡੀ ਕੌਮ ਲਈ ਤਰਾਸਦੀ ਹੈ। ਇੱਕ ਗੱਲ ਜਿਹੜੀ ਹੋਰ ਆਮ ਕਹੀ ਜਾਂਦੀ ਹੈ ਨਾ ਜੀ, ਉਹ ਕਹਿੰਦੇ ਧਰਮ ਤੇ ਸਿਆਸਤ ਇਕੱਠੇ ਨੇ। ਬਿਲਕੁਲ ਠੀਕ ਹੈ, ਧਰਮ ਤੇ ਸਿਆਸਤ ਇਕੱਠੇ ਨੇ, ਪਰ ਉਹਦੇ 'ਚ ਇੱਕ ਸ਼ਰਤ ਹੈ ਕਿ ਜਿਹੜਾ ਧਰਮ ਹੈ ਉਹ ਅੱਗੇ ਲੱਗੇਗਾ, ਸਿਆਸਤ ਪਿੱਛੇ ਲੱਗੇਗੀ। ਅੱਜ ਕੀ ਹੈ ਕਿ ਸਿਆਸਤ ਅੱਗੇ ਹੈ, ਉਹਨਾਂ ਧਰਮ ਦੀ ਉਂਗਲ ਪਕੜ ਲਈ ਸਿਆਸਤ ਲਈ। ਇਹੀ ਕੁਝ ਹੋ ਰਿਹਾ ਸਾਡੇ ਵੱਡੀਆਂ ਸਟੇਜਾਂ ਤੇ ਵੀ ਇਹੀ ਹੋ ਰਿਹਾ ਵੀ ਸਿਆਸੀ ਲੋਕ ਜਿਹੜੇ ਨੇ ਆਪਣੇ ਸਿਆਸੀ ਲਾਭਾਂ ਲਈ ਗੁਰਦੁਆਰੇ ਨੂੰ ਵਰਤਦੇ ਨੇ, ਉਹ ਬੜੀ ਮਾੜੀ ਗੱਲ। ਹਾਲਾਂਕਿ ਉਹਨਾਂ ਨੂੰ ਇੱਥੇ ਆ ਕੇ ਸਿਆਸੀ ਲੋਕਾਂ ਨੂੰ ਉੱਥੋਂ ਗੁਰਦੁਆਰਾ ਸਾਹਿਬਾਨ ਔਰ ਗੁਰਦੁਆਰੇ ਦੇ ਪ੍ਰਬੰਧਕ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਸੰਗਤਾਂ ਦੀ ਕਿਵੇਂ ਹੋਰ ਸੇਵਾ ਕਰ ਸਕੀ ਜਨਤਾ ਦੀ। ਪਰੰਤੂ ਅੱਜ ਕੇਵਲ ਸਵਾਰਥਪਣਾ ਚੱਲ ਰਿਹਾ। ਮੈਂ ਬਹੁਤਾ ਨਹੀਂ ਜਾਣਦਾ, ਕਿਉਂਕਿ ਕਹਿੰਦੇ ਨੇ ਆਪਣਾ ਝੱਗਾ ਚੱਕੋ ਆਪਣਾ ਢਿੱਡ ਨੰਗਾ ਹੁੰਦਾ। ਮੈਂ ਕੀ ਕਹਾਂ, ਤੁਹਾਨੂੰ ਸਭ ਨੂੰ ਪਤਾ। ਪਰ ਸਾਨੂੰ ਇਸ ਵੇਲੇ ਬਹੁਤ ਜ਼ਿਆਦਾ ਲੋੜ ਹੈ ਜਾਗਰੂਕ ਹੋਣ ਦੀ ਗੁਰਦੁਆਰਾ ਪ੍ਰਬੰਧਕ ਵੱਲ। ਇਹ ਵੀ ਗੱਲ ਠੀਕ ਹੈ ਕਿ ਜਿੱਥੇ ਇੱਕ ਵਾਰੀ ਪ੍ਰਬੰਧਕਾਂ ਨੇ ਕਬਜ਼ਾ ਕਰ ਲਿਆ ਨਾ, ਬਹੁਤ ਸਾਰੇ ਗੁਰਦੁਆਰਾ ਸਾਹਿਬ ਵਿਖੇ, ਤਾਂ ਉਹਨਾਂ ਨੇ ਗੁਰਦੁਆਰੇ ਦੇ ਸੰਵਿਧਾਨ ਇਹੋ ਜਿਹੇ ਬਣਾ ਲਏ ਕਮੇਟੀ ਦੇ ਕਿ ਉਹਨਾਂ ਨੂੰ ਬਦਲ ਹੀ ਕੋਈ ਨਹੀਂ ਸਕਦਾ। ਤੋ ਇਹ ਹੁਣ ਸਾਡੇ ਸਾਹਮਣੇ ਸਾਰੇ ਚੈਲੰਜਸ ਨੇ, ਤੇ ਚੈਲੰਜਸ ਸਾਡੇ ਸਾਹਮਣੇ ਨੇ ਤੇ ਨਿਬੜਨੇ ਵੀ ਅਸੀਂ ਨੇ। ਤੋ ਉਹਦੇ ਇੱਕੋ ਇੱਕ ਹੈ ਕਿ ਅਸੀਂ ਆਪ ਜਾਗਰੂਕ ਹੋਈਏ, ਆਪ ਸਾਡਾ ਜੀਵਨ ਵਧੀਆ ਹੋਵੇ ਤੇ ਪ੍ਰਬੰਧਕਾਂ ਨੂੰ ਅਸੀਂ ਮਜਬੂਰ ਕਰੀਏ। ਤੋ ਲੋੜ ਹੈ ਕਿ ਵਧੀਆ ਜੀਵਨ ਆਪਣਾ ਬਣਾਈਏ ਤੇ ਪ੍ਰਬੰਧਕਾਂ ਨੂੰ ਮਜਬੂਰ ਕਰੀਏ ਕਿ ਜਿਹੜਾ ਪ੍ਰਬੰਧ ਹੈ ਉਹ ਸਹਿਯੋਗ ਹੱਥਾਂ 'ਚ ਹੋਣਾ ਚਾਹੀਦਾ। ਇੰਦਰਬੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ। ਸੰਗਤ ਜੀ, ਸਾਡੇ ਕੋਲ ਸਵਾਲ ਤਾਂ 2-3 ਰਹਿ ਗਏ ਨੇ, ਪਰੰਤੂ ਸਮਾਂ ਹੋ ਗਿਆ। ਜਿਨ੍ਹਾਂ ਦੇ ਸਵਾਲ ਨੇ ਮੈਂ ਉਹਨਾਂ ਤੋਂ ਖਿਮਾ ਮੰਗਦਾ, ਤੇ ਅਗਲੇ ਹਫਤੇ ਜਿਹੜਾ ਉਹ ਜ਼ਰੂਰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਵਾਂਗੇ। ਇੱਕ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਸਵਾਲ ਸਾਡੇ ਕੋਲ ਵੀਰਵਾਰ ਤੱਕ ਆ ਜਾਂਦੇ ਨੇ, ਉਹ ਸ਼ੁੱਕਰਵਾਰ ਅਸੀਂ ਡਿਸਕਸ ਕਰਕੇ ਪੈਨਲ ਵਿੱਚ ਤੇ ਸੋਮਵਾਰ ਕਰ ਸਕਦੇ ਹਾਂ। ਜਿਹੜੇ ਬਾਅਦ ਵਿੱਚ ਆਉਂਦੇ ਨੇ ਉਹ ਅਸੀਂ ਪੈਂਡਿੰਗ ਰੱਖਦੇ ਹਾਂ। ਹੁਣ ਵੀ ਮੇਰੇ ਕੋਲ 2 ਸਵਾਲ ਆਏ ਨੇ। ਪ੍ਰਭਜੀਤ ਸਿੰਘ ਜੀ ਸ਼ਾਇਦ ਸ੍ਰੀਨਗਰ ਤੋਂ ਨੇ, ਉਹਨਾਂ ਦਾ ਸਵਾਲ ਵੀ ਆਇਆ, ਤੇ ਹੋਰ ਵੀ ਇੱਕ ਸਵਾਲ ਜਿਹੜੇ ਨੇ ਉਹ ਸਾਨੂੰ ਸ਼ੁੱਕਰਵਾਰ ਹੀ ਮਿਲੇ ਸੀਗੇ, ਤੋ ਉਹ ਅਸੀਂ ਨਹੀਂ ਕਿ ਲੈ ਸਕੇ, ਅਗਲੇ ਹਫਤੇ ਜ਼ਰੂਰ ਲਵਾਂਗੇ। ਤੋ ਇਹ ਮੇਰੀ ਬੇਨਤੀ ਤੁਸੀਂ ਪ੍ਰਵਾਨ ਕਰਨਾ ਜੀ। ਬਾਕੀ ਬੇਨਤੀ ਫਿਰ ਹੈ ਕਿ ਸਵਾਲ ਵੱਧ ਤੋਂ ਵੱਧ ਭੇਜੋ, ਕਿਉਂਕਿ ਆਪ ਜੀ ਜਿੰਨੇ ਸਵਾਲ ਭੇਜਦੇ ਹੋ ਅਸੀਂ ਫਿਰ ਉਹਨਾਂ ਨੂੰ ਲੱਭਣ 'ਚ ਲਾਉਂਦੇ, ਉਹਦਾ ਸਾਨੂੰ ਬਹੁਤ ਲਾਭ ਹੁੰਦਾ ਹੈ। ਕਿਉਂਕਿ ਇਸੇ ਬਾਰੇ ਸਾਡੀ ਤਿਆਰੀ ਹੁੰਦੀ ਹੈ, ਸਾਨੂੰ ਥੋੜਾ ਫਿਕਰ ਪੈਂਦਾ ਵੀ ਕਿੱਥੋਂ ਲੱਭੀਏ, ਪੜ੍ਹਨਾ ਪੈਂਦਾ। ਮੇਰੇ ਵਰਗੇ ਜਿਹਨਾਂ ਦੇ ਪੜ੍ਹਨ 'ਚ ਹੱਥ ਤੰਗ ਹੈ, ਉਹਨਾਂ ਨੂੰ ਥੋੜੀ ਬਹੁਤੀ ਦੌੜ ਲਾਣੀ ਪੈਂਦੀ ਹੈ। ਤੋ ਆਪ ਜੀ ਆਪਣੇ ਸਵਾਲ ਜ਼ਰੂਰ ਭੇਜੋ, ਇਹਦੇ ਨਾਲ ਸਾਰਿਆਂ ਨੂੰ ਬਹੁਤ ਲਾਭ ਹੁੰਦਾ। ਤੋ ਬਾਕੀ ਸੰਗਤ ਜੀ, ਜਿਹੜੀ ਹਰ ਹਫਤੇ ਆਪਾਂ ਬੇਨਤੀ ਕਰੀਦੀ ਹੈ ਵੀ ਆਪਣਾ ਸਵੈ ਪੜਚੋਲ ਕਰੀਏ ਕਿ ਅਸੀਂ ਪ੍ਰਚਾਰ ਲਈ ਕੀ ਕਰ ਰਹੇ ਹਾਂ। ਹਰੇਕ ਸਿੱਖ ਪ੍ਰਚਾਰਕ ਹੈ। ਗੁਰੂ ਮਹਾਰਾਜ ਨੇ ਕੋਈ ਪ੍ਰਚਾਰਕ ਸ਼੍ਰੇਣੀ ਵੱਖਰੀ ਪੈਦਾ ਨਹੀਂ ਕੀਤੀ, ਹਰੇਕ ਸਿੱਖ ਪ੍ਰਚਾਰਕ ਹੈ। ਗੁਰੂ ਮਹਾਰਾਜ ਨੇ ਸੰਗਤਾਂ ਕਾਇਮ ਕੀਤੀਆਂ ਤਾਂ ਜਿਸ ਇੱਕ ਦੂਜੇ ਨਾਲ ਰਲ ਮਿਲ ਕੇ ਆਪਣੇ ਜੀਵਨ ਨੂੰ ਸੁਧਾਰ ਸਕੀ। ਤੋ ਸੰਗਤਾਂ ਤੇ ਹੁਣ ਵੀ ਹਨ, ਪਰੰਤੂ ਅਸੀਂ ਉਹਦੇ 'ਚ ਕੀ ਕਰਦੇ। ਤੋ ਬੜਾ ਸੌਖਾ ਕੰਮ ਹੈ ਪ੍ਰਚਾਰ ਦਾ ਕੰਮ, ਕਿਉਂਕਿ ਇਹਦੀਆਂ ਕਿੰਨੀਆਂ ਬਣ ਗਈਆਂ ਨੇ, ਆਪਾਂ ਜੋ ਮਰਜ਼ੀ ਕਰ ਲਈਏ। ਕਿਸੇ ਇੱਕ ਨੂੰ ਕਹਿ ਹੀ ਦੇਈਏ ਤੂੰ ਕਲਾਸ ਵਿੱਚ ਜੁੜ, ਇਹ ਵੀ ਪ੍ਰਚਾਰ ਹੈ। ਕਿਸੇ ਇੱਕ ਨੂੰ YouTube ਨਾਲ ਸਬਸਕ੍ਰਾਈਬ ਕਰਾ ਦਈਏ, ਜਿਹੜਾ ਸਾਡਾ ਚੈਨਲ ਚੱਲ ਰਿਹਾ, ਇਹ ਵੀ ਇੱਕ ਪ੍ਰਚਾਰ ਹੈ। ਕਿਸੇ ਨੂੰ ਕੋਈ ਚੰਗੀ ਮੱਤ ਦੇ ਦੇਣੀ, ਇਹ ਵੀ ਪ੍ਰਚਾਰ। ਉਹ ਆਪਣੇ ਘਰ ਤੋਂ ਸ਼ੁਰੂ ਕਰੀਏ, ਆਂਢ ਗੁਆਂਢ ਤੋਂ ਸ਼ੁਰੂ ਕਰੀਏ, ਮਿਲਣ ਵਾਲਿਆਂ ਕੋਲ ਸ਼ੁਰੂ ਕਰੀਏ। ਹੁਣ ਤੇ ਸਾਡੇ ਕੋਲ ਜਿਹੜਾ ਸੋਸ਼ਲ ਮੀਡੀਆ ਹੈ, ਉਹਨੇ ਤੇ ਮੌਜਾਂ ਲਾਤੀ ਹੈ। ਜੇ ਆਪਾਂ ਪ੍ਰਚਾਰ ਕਰਨਾ ਹੋਵੇ ਤੇ ਤੁਸੀਂ ਇੰਸਟਾਗ੍ਰਾਮ ਤੇ, WhatsApp ਤੇ, ਟਵਿੱਟਰ ਤੇ ਜਾਂ ਈਮੇਲ ਰਾਹੀਂ ਤੁਸੀਂ ਕੁਝ ਵੀ ਕਰ ਸਕਦੇ। ਹੁਣ ਅਸੀਂ WhatsApp ਗਰੁੱਪ ਤੇ ਬੜਾ ਕੁਝ ਗੈਰਾ ਪਾਇਆ ਹੁੰਦਾ ਹੈ, ਉਹਦੀ ਥਾਂ ਤੇ ਕਿਉਂ ਨਾ ਅਸੀਂ ਕੋਈ ਚੰਗੀ ਗੱਲ ਜਿਹੜੀ ਹੈ ਉਹ ਪਾਈਏ। ਕਿਉਂਕਿ ਜਿੱਥੇ ਇਹਨਾਂ ਦਾ ਫਾਇਦਾ ਹੈ ਉੱਥੇ ਇਹਨਾਂ ਦਾ ਘਾਟਾ ਵੀ ਹੈ, ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਣਾਵਟੀ, ਗਲਤ, ਤੇ ਉਹ ਉਰੇ ਪਰੇ ਇਤਿਹਾਸ ਉਲਟ ਵੀ ਜੇ ਆਪਾਂ ਆਪਣੀ ਗੱਲ ਕਰੀਏ ਤੇ ਸਿੱਖ ਇਤਿਹਾਸ ਉਲਟ ਵੀ ਗੱਲਾਂ ਜਿਹੜੀਆਂ ਨੇ ਉਹ ਕਈਆਂ ਵੈਸਟਰਨ ਇੰਟਰਸਟ ਕਰਕੇ ਕਈ ਲੋਕ ਪਾ ਰਹੇ ਨੇ, ਉਹਦੇ ਬਾਰੇ ਅਸੀਂ ਜਾਗਰੂਕ ਹੋਣਾ। ਪਰੰਤੂ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਨੇ ਵੀ ਇਹ ਠੀਕ ਨੇ, ਉਹਨਾਂ ਨੂੰ ਆਪਣੇ ਗਰੁੱਪਾਂ 'ਚ ਆਪਣੇ ਪਾਉਣ ਸਾਨੂੰ ਕਿੰਨਾ ਕੁ ਟਾਈਮ ਲੱਗਦਾ ਤੇ ਕਿੰਨੀ ਕੁ ਸਾਡੀ ਹੋਰ એનર્ਜੀ ਲੱਗ ਜਾਂਦੀ ਹੈ। ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਹਰ ਗੁਰਸਿੱਖ ਜਿਹੜਾ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਸੋਚਿਆ ਕਰੇ ਵੀ ਮੈਂ ਪ੍ਰਚਾਰ ਲਈ ਕੁਝ ਕੀਤਾ ਕਿ ਨਹੀਂ ਕੀਤਾ। ਜਿਹੜਾ ਸਾਨੂੰ ਬਚਨ ਨਾ ਬਾਣੀ ਦਾ ਕਿ ਵੇਦਕ ਤੇ ਵਿਫਤਰਾ ਪਾਈ ਚ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮੈਂ, ਰੋਜ਼ ਆਪਾਂ ਦੇਖਿਆ ਕਰੀਏ ਵੀ ਅੱਜ ਪ੍ਰਚਾਰ ਲਈ ਕੀ ਕੀਤਾ। ਦੇਖੋ, ਜੇ ਸਾਡਾ ਖਾਣੇ ਬਗੈਰ ਗੁਜ਼ਾਰਾ ਨਹੀਂ ਹੈ
ਤੇ ਸਾਡਾ ਪ੍ਰਚਾਰ ਵਗੈਰਾ ਵੀ ਗੁਜ਼ਾਰਾ ਨਹੀਂ ਹੋਣਾ ਚਾਹੀਦਾ। ਅਗਰ ਅਸੀਂ ਇਹ ਟਾਰਗੇਟ ਬਣਾ ਲਵਾਂਗੇ, ਸਾਰੇ ਇਹ ਟਾਰਗੇਟ ਬਣਾ ਲਈਏ ਵੀ ਪ੍ਰਚਾਰ ਕਰਨਾ ਹੈ, ਤਾਂ ਫਿਰ ਸੰਗਤ ਜੀ ਮੈਂ ਲੱਗਦਾ ਕਿ ਬਹੁਤਾ ਸਾਨੂੰ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ, ਬਹੁਤਾ ਸਮਾਂ ਵੀ ਨਹੀਂ ਲੱਗਣਾ। ਆਓ ਆਪਾਂ ਆਪਣੀ ਡਿਊਟੀ ਜਿਹੜੀ ਉਹਨੂੰ ਸਮਝੀਏ। ਗੁਰੂ ਮਹਾਰਾਜ ਨੇ ਸਾਨੂੰ ਸਾਹ ਦਿੱਤੇ ਨੇ, ਉਹਨਾਂ ਸਾਹਾਂ ਨੂੰ ਸਫਲ ਕਰਨ ਲਈ, ਸਵਾਸਾਂ ਨੂੰ ਸਫਲ ਕਰਨ ਲਈ, ਜਿਹੜਾ ਸਾਥ ਸਾਥ ਸਿਮਰੋ ਗੋਬਿੰਦ ਹੈ, ਉਹਨਾਂ ਨੂੰ ਸਫਲ ਕਰਨ ਲਈ ਆਓ ਆਪਾਂ ਇਹਨਾਂ ਨੂੰ ਇੱਕ ਘੱਟੋ ਘੱਟ ਟਾਰਗੇਟ ਲਾਈਏ ਕਿ ਹਰ ਰੋਜ਼ ਅਸੀਂ ਪ੍ਰਚਾਰ ਦਾ ਇੱਕ ਕੰਮ ਘੱਟੋ ਘੱਟ ਜ਼ਰੂਰ ਕਰਾਂ। ਚਾਹੇ ਕਿਸੇ ਨੂੰ ਕੰਨ 'ਚ ਕਹਿ ਦਈਏ, ਕਿਸੇ ਨੂੰ ਕਿਸੇ ਹੋਰ ਤਰੀਕੇ ਕਹਿ ਦਈਏ, ਜਾਂ ਕੋਈ ਵੀ ਤਰੀਕਾ ਵਰਤੀ, ਪਰ ਜ਼ਰੂਰ ਵਰਤੀ। ਆਸ ਹੈ ਬੇਨਤੀਆਂ ਪ੍ਰਵਾਨ ਕਰੋਗੇ। ਤੋ ਸੰਗਤ ਜੀ, ਅੱਜ ਦੇ ਪ੍ਰੋਗਰਾਮ ਨੂੰ ਚਲਾਉਂਦੇ ਆ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਉਹਨਾਂ ਲਈ ਮੈਂ ਆਪਸ ਵਿੱਚ ਖਿਮਾ ਮੰਗਦਾ ਤੇ ਅਗਲੇ ਸੋਮਵਾਰ ਤੱਕ ਆਪਸ ਵਿੱਚ ਇਜਾਜ਼ਤ ਮੰਗਦਾ। ਸਤਿਗੁਰੂ ਦੀ ਬਖਸ਼ਿਸ਼ ਹੋਈ, ਅਗਲੇ ਸੋਮਵਾਰ ਫੇਰ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਉੱਤਰ ਲੈ ਕੇ ਪੈਨਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗਾ। ਤਦ ਤੱਕ ਲਈ ਆਓ ਫਤਿਹ ਸਾਂਝੀ ਕਰ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।